के टीवी देख रहे दर्शकों ते ਸਰੋਤਿਓ बहुत बहुत आप जी का स्वागत। ਅਸੀਂ ਔਨ ਸਕਾਈ ਰੇਡੀਓ ਪਰਿਵਾਰ ਵੱਲੋਂ ਹਮੇਸ਼ਾ ਹੀ ਇਹ ਕੋਸ਼ਿਸ਼ ਵਿੱਚ ਰਹਿੰਦੇ ਆ ਕਿ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਸਧਾਰਨ ਹੁੰਦਿਆਂ ਹੋਇਆਂ ਵੀ ਅਸਾਧਾਰਨ ਪ੍ਰਤਿਭਾ ਨੂੰ ਹਾਸਲ ਕੀਤਾ ਹੋਵੇ ਔਰ ਉਹਨਾਂ ਨੇ ਇੱਕ ਐਸੀਆਂ ਪੈੜਾਂ ਪਾਈਆਂ ਹੋਣ ਜੋ ਸਾਡੇ ਆਮ ਲੋਕਾਂ ਵਾਸਤੇ ਜਿਹੜਾ ਪ੍ਰੇਰਨਾ ਸਰੋਤ ਬਣ ਸਕਣ। ਇਹੋ ਜਿਹੀਆਂ ਸ਼ਖਸੀਅਤਾਂ ਨੂੰ ਆਪ ਜੀ ਦੇ ਰੂਬਰੂ ਕੀਤਾ ਜਾਵੇ। ਬਹੁਤ ਸਾਰੀਆਂ ਸ਼ਖਸੀਅਤਾਂ ਨੂੰ ਪਹਿਲਾਂ ਵੀ ਆਪ ਜੀ ਦੇ ਰੂਬਰੂ ਕੀਤਾ ਜਾ ਚੁੱਕਾ। ਅੱਜ ਜਿਹੜੀ ਸ਼ਖਸੀਅਤ ਮੈਂ ਆਪ ਜੀ ਦੇ ਰੂਬਰੂ ਕਰਨ ਜਾ ਰਿਹਾ ਉਹ ਡਾਕਟਰ ਗੁਰਬਖਸ਼ ਸਿੰਘ ਭੰਡਾਲ। ਕਿਸੇ ਰਸਮੀ ਜਾਣ ਪਛਾਣ ਦੇ ਮੁਤਾਜ ਤਾਂ ਹੈ ਨਹੀਂ, ਕਿਉਂਕਿ ਸਾਇੰਸ ਦੇ ਵਿਦਿਆਰਥੀ ਨੇ ਔਰ ਸਾਇੰਸ ਨੂੰ ਉਹਨਾਂ ਨੇ ਆਪਣਾ ਕਿੱਤਾ ਬਣਾਇਆ। ਬਹੁਤ ਲੰਬਾ ਸਮਾਂ ਗਵਰਨਮੈਂਟ ਕਾਲਜ ਦੇ ਵਿੱਚ ਪੜ੍ਹਾਇਆ ਔਰ ਹੁਣ ਵੀ ਇਸ ਵੇਲੇ ਅਮਰੀਕਾ ਦੇ ਵਿੱਚ ਮੈਂ ਬੜੇ ਮਾਣ ਨਾਲ ਇਹ ਗੱਲ ਕਰ ਰਿਹਾ ਕਿ ਪੰਜਾਬੀਆਂ ਦਾ ਸਿਰ ਉੱਚਾ ਹੋ ਜਾਂਦਾ ਜਦੋਂ ਇੱਕ ਪੰਜਾਬੀ ਭਰਾ ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਾ ਰਿਹਾ ਹੋਵੇ ਔਰ ਸਾਰੇ ਹੀ ਫੋਰਨਰ ਉਹਨਾਂ ਦੇ ਸਾਹਮਣੇ ਬੈਠ ਕੇ ਪੜ੍ਹ ਰਹੇ ਹੋਣ। ਸੋ ਇੱਕ ਸਾਡੀ ਪੰਜਾਬੀ ਦੀ ਕਹਿ ਲਓ ਵੀ ਗੌਰਵਸ਼ਾਲੀ ਪਰੰਪਰਾ ਰਹੀ ਆ ਪੰਜਾਬੀ ਸਾਹਿਤ ਦੀ ਕਿ ਸਾਇੰਸ ਵਾਲੇ ਐਸੇ ਵਿਦਿਆਰਥੀ ਸਾਡੇ ਕੋਲ ਆਏ ਨੇ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਉੱਚ ਪਾਏ ਦੀਆਂ ਰਚਨਾਵਾਂ ਰਚੀਆਂ ਔਰ ਬਹੁਤ ਵੱਡੀ ਉਦਾਹਰਨ ਪ੍ਰੋਫੈਸਰ ਪੂਰਨ ਸਿੰਘ ਦੀ ਸਾਡੇ ਸਾਹਮਣੇ ਜਿਨ੍ਹਾਂ ਨੇ ਪੰਜਾਬ ਦੀ ਪੰਜਾਬੀਅਤ ਲਈ ਬਹੁਤ ਵੱਡਾ ਕੰਮ ਕੀਤਾ ਔਰ ਨਵੀਆਂ ਜਿਹੜੀਆਂ ਪੈੜਾਂ ਪਾਈਆਂ। ਸੋ ਡਾਕਟਰ ਗੁਰਬਖਸ਼ ਸਿੰਘ ਭੰਡਾਲ ਵੀ ਬੇਸਿਕਲੀ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਨੇ, ਫਿਜ਼ਿਕਸ ਪੜ੍ਹਾਉਂਦੇ ਨੇ ਔਰ ਪੜ੍ਹਾਇਆ ਔਰ ਪੰਜਾਬੀ ਨਾਲ ਇਹਨਾਂ ਦਾ ਬਹੁਤ ਜ਼ਿਆਦਾ ਮੋਹ ਹੈ। ਪੰਜਾਬੀ ਇਹਨਾਂ ਦੇ ਹੱਡਾਂ ਦੇ ਵਿੱਚ, ਸਾਹਾਂ ਦੇ ਵਿੱਚ ਰਚੀ ਹੋਈ ਹੈ। 22-23 ਕਿਤਾਬਾਂ ਰਚੀਆਂ ਨੇ ਇਹਨਾਂ ਨੇ ਪੰਜਾਬੀ ਦੇ ਵਿੱਚ। ਔਰ ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਬਹੁਤ ਔਨ ਸਕਾਈ ਰੇਡੀਓ ਦੇ ਸਟੂਡੀਓ ਵਿੱਚ ਆਉਣ ਤੇ ਸਵਾਗਤ ਕਰਦਾ ਭੰਡਾਲ ਸਾਹਿਬ ਆਪ ਜੀ ਦਾ ਕਿ ਤੁਸੀਂ ਬੜੇ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਥੋੜਾ ਸਮਾਂ ਕੱਢ ਕੇ ਸਾਡੇ ਵਿੱਚ ਆਏ ਹੋ ਔਰ ਆਪਣੇ ਦਰਸ਼ਕਾਂ ਦੇ ਨਾਲ, ਸਾਡੇ ਸਰੋਤਿਆਂ ਦੇ ਨਾਲ ਆਪਣੀਆਂ ਜਿਹੜੀਆਂ ਬਹੁਮੁੱਲੀਆਂ ਗੱਲਾਂ ਨੇ, ਵਿਚਾਰ ਨੇ, ਉਹ ਸਾਂਝੀ ਕਰੋਗੇ। ਸੋ ਇਹ ਇੱਕ ਸਬਬ ਬਣਿਆ ਕਿ ਭੰਡਾਲ ਸਾਹਿਬ ਅਮਰੀਕਾ ਤੋਂ ਇਸ ਧਰਤੀ ਤੇ ਆਪਣੇ ਪੰਜਾਬ ਨੂੰ ਨਤਮਸਤਕ ਹੋਣ ਲਈ ਹਮੇਸ਼ਾ ਹੀ ਆਉਂਦੇ ਨੇ ਔਰ ਆਏ ਹੋਏ ਸੀ। ਪਰ ਅਸੀਂ ਇਸ ਮੌਕੇ ਦਾ ਜਿਹੜਾ ਵਾ ਉਹ ਲਾਭ ਉਠਾਇਆ ਕਿ ਕਿਉਂ ਨਾ ਆਪਣੇ ਇਸ ਮਿੱਟੀ ਦੇ ਜਿਹੜੇ ਜਾਏ ਹੋਏ ਲੋਕ ਨੇ ਜਿਨ੍ਹਾਂ ਨੇ ਪ੍ਰਵਾਸ ਔਰ ਆਵਾਸ ਦੇ ਵਿੱਚ ਬਹੁਤ ਮੱਲਾਂ ਮਾਰੀਆਂ ਉਹਨਾਂ ਨੂੰ ਰੂਬਰੂ ਕੀਤਾ ਜਾਵੇ। ਸੋ ਭੰਡਾਲ ਸਾਹਿਬ ਆਪ ਜੀ ਦਾ ਸਵਾਗਤ ਕਰਨ ਤੋਂ ਬਾਅਦ ਮੈਂ ਆਪ ਜੀ ਦੇ ਵਿਚਾਰਾਂ ਨੂੰ ਜਾਣਨਾ ਚਾਹਾਂਗਾ ਕਿ ਤੁਸੀਂ ਮੁੱਢਲਾ ਜਿਹੜਾ ਆਪ ਜੀ ਦਾ ਜੀਵਨ ਹੈ, ਹੁਣ ਦੇਖੋ ਅਮਰੀਕਾ ਦੀ ਯੂਨੀਵਰਸਿਟੀ 'ਚ ਪੜ੍ਹਾਉਣਾ ਇਹ ਸਾਡੇ ਵਾਸਤੇ ਤਾਂ ਬਹੁਤ ਵੱਡੀ ਗੱਲ ਆ ਔਰ ਸਾਡੇ ਵਾਸਤੇ ਅਪਹੁੰਚ ਗੱਲ ਆ ਤੇ ਤੁਸੀਂ ਜਿਹੜਾ ਏਡੇ ਉੱਚੇ ਪੱਧਰ ਤੇ ਪਹੁੰਚੇ ਹੋ, ਇਹ ਮੁਕਾਮ ਜਿਹੜਾ ਉਹ ਪਿੰਡ ਭੰਡਾਲ ਬੇਟ ਦੀ ਮਿੱਟੀ ਤੋਂ ਜਿਹੜੀ ਲੈ ਕੇ ਪ੍ਰੇਰਨਾ ਔਰ ਉੱਥੋਂ ਦਾ ਉਗਮਿਆ ਹੋਇਆ ਜਿਹੜਾ ਇੱਕ ਸਪੂਤ ਹੈ ਉਹ ਅਮਰੀਕਾ ਦੀ ਯੂਨੀਵਰਸਿਟੀ ਪੜ੍ਹਾ ਰਿਹਾ। ਭੰਡਾਲ ਬੇਟ ਤੋਂ ਲੈ ਕੇ ਅਮਰੀਕਾ ਤੱਕ ਦੇ ਜਿਹੜੇ ਐਕਸਪੀਰੀਅੰਸ ਨੇ ਉਹ ਮੈਨੂੰ ਲੱਗਦਾ ਕਿ ਤੁਹਾਨੂੰ ਇੱਕ ਸਾਡੇ ਵਾਸਤੇ ਬਾਤ ਹੋਏਗੀ, ਇੱਕ ਜਿੱਦਾਂ ਨਾਨੀਆਂ ਦਾਦੀਆਂ ਬਾਤਾਂ ਸੁਣਾਉਂਦੀਆਂ ਸੀ। ਸੋ ਬਾਤ ਹੋਏਗੀ, ਬਾਤ ਜਿਹੜੀ ਆ ਇਹ ਕਿੱਦਾਂ ਦਾ ਸਫ਼ਰ ਸੀ, ਇਹ ਕਿਹੜੇ ਸੁਪਨੇ ਸੀ ਜਿਹੜੇ ਤੁਹਾਨੂੰ ਇੱਥੋਂ ਤੱਕ ਲੈ ਕੇ ਆਏ। ਇੱਥੋਂ ਹੀ ਸ਼ੁਰੂ ਕਰਦੇ ਰਸਮੀ ਗੱਲਬਾਤ। ਹਾਂਜੀ। ਔਨ ਸਕਾਈ ਟੀਵੀ ਤੇ ਰੇਡੀਓ ਦੇ ਸਮੂਹ ਦਰਸ਼ਕੋ ਤੇ ਸਰੋਤਿਓ, ਪ੍ਰੋਫੈਸਰ ਸਰਦੂਲ ਸਿੰਘ ਔਜਲਾ ਜੀ ਤੇ ਔਨ ਸਕਾਈ ਟੀਵੀ ਦੇ ਸਮੁੱਚੇ ਪਰਿਵਾਰ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਆਦਾਬ। ਦਰਸ਼ਕੋ, ਮੇਰਾ ਜਨਮ ਭੰਡਾਲ ਬੇਟ ਦੇ ਵਿੱਚ ਹੋਇਆ। ਸਧਾਰਨ ਪਰਿਵਾਰ ਸੀ ਔਰ ਮੇਰੀ ਇਹ ਚੰਗੀ ਕਿਸਮਤ ਸੀ ਕਿ ਮੈਨੂੰ ਪੜ੍ਹਨ ਦਾ ਇਹ ਸ਼ੌਕ ਸੀ ਔਰ ਮੈਂ 8ਵੀਂ ਪਿੰਡ ਦੇ ਸਕੂਲ ਤੋਂ ਕੀਤੀ, 10ਵੀਂ ਧਾਰੀਵਾਲ ਬੇਟ ਤੋਂ ਕੀਤੀ ਔਰ ਉਸ ਤੋਂ ਬਾਅਦ ਮੇਰੇ ਪਿੰਡ ਦੇ ਸਰਦਾਰ ਜਰਨੈਲ ਸਿੰਘ ਭੰਡਾਲ ਨੇ ਸਾਡੇ ਪਿੰਡ ਦੇ 3 ਵਿਦਿਆਰਥੀਆਂ ਨੂੰ, ਮੈਨੂੰ, ਬਲਵੰਤ ਸਿੰਘ, ਸਰਦਾਰ ਰਣਜੀਤ ਸਿੰਘ ਨੂੰ, ਤਿੰਨਾਂ ਨੂੰ ਸਾਇੰਸ ਵਿੱਚ ਦਾਖਲ ਕਰਵਾ ਦਿੱਤਾ। ਸੋ ਉਹਨਾਂ ਦਾ ਮਨ ਸੀਗਾ ਕਿ ਇਹ ਸਾਇੰਸ ਦੇ ਵਿੱਚ ਵਧੀਆ ਭਵਿੱਖ ਬਣੇਗਾ, ਬੱਚੇ ਗਰੋ ਕਰ ਸਕਦੇ ਨੇ, ਇਹਨਾਂ ਦੇ ਨੰਬਰ ਚੰਗੇ ਨੇ। ਸਾਨੂੰ ਕੋਈ ਪਤਾ ਨਹੀਂ ਸੀ ਕਿ ਸਾਇੰਸ ਦੇ ਵਿੱਚ ਮੈਡੀਕਲ ਕੀ ਹੁੰਦਾ ਹੈ, ਨਾਨ ਮੈਡੀਕਲ ਕੀ ਹੁੰਦਾ ਹੈ, ਇੰਜੀਨੀਅਰਿੰਗ ਵਿੱਚ ਕੌਣ ਜਾ ਸਕਦਾ ਹੈ, ਡਾਕਟਰੀ ਵਿੱਚ ਕੌਣ ਜਾ ਸਕਦਾ ਹੈ, ਡੈਂਟਿਸਟਰੀ ਵਿੱਚ ਕੌਣ ਜਾ ਸਕਦਾ ਹੈ। ਇਟ ਜਸਟ ਕਿ ਅਸੀਂ ਸਾਇੰਸ ਸਬਜੈਕਟ ਲਿਆ। ਪਰ ਮੁਲਕੀ ਹੈਰਾਨੀ ਦੀ ਗੱਲ ਜਾਂ ਸਾਡੇ ਵਾਸਤੇ, ਪੇਂਡੂਆਂ ਵਾਸਤੇ ਬੜੀ ਔਖਾ ਸੀਗਾ ਕਿ ਜਦੋਂ ਅਸੀਂ ਕਲਾਸ ਵਿੱਚ ਜਾਂਦੇ ਸੀ ਕੋਈ ਇੰਗਲਿਸ਼ ਮੀਡੀਅਮ ਵਿੱਚ ਜਦੋਂ ਸਾਇੰਸ ਪੜ੍ਹਾਈ ਜਾਂਦੀ ਸੀ ਤੇ ਸਾਨੂੰ ਕੋਈ ਸਮਝ ਨਹੀਂ ਸੀ ਆਉਂਦੀ। ਅਲਟੀਮੇਟਲੀ ਅਸੀਂ ਤਿੰਨਾਂ ਨੇ, ਮੈਂ, ਬਲਵੰਤ ਸਿੰਘ ਔਰ ਰਣਜੀਤ ਸਿੰਘ ਨੇ, ਅਸੀਂ ਤਿੰਨਾਂ ਨੇ 2 ਹਫ਼ਤੇ ਬਾਅਦ ਸਾਇੰਸ ਛੱਡ ਕੇ ਆਰਟਸ ਸਬਜੈਕਟ ਲਿਆ
ਔਰ ਲੈਣ ਤੋਂ ਬਾਅਦ ਕੀ ਹੋਇਆ ਕਿ ਉਹ ਹਫਤਾ ਸਾਨੂੰ ਪੜ੍ਹਦੇ ਨੂੰ ਹੋਇਆ ਸੀ ਤੇ ਮੇਰੇ ਮਾਮਾ ਜੀ ਸਰਦਾਰ ਪਿਆਰਾ ਸਿੰਘ ਉਹ ਟੀਚਰ ਸੀ। ਉਹ ਆਏ ਮੈਨੂੰ ਪੁੱਛਣ ਲੱਗੇ ਤੇਰੀ ਪੜ੍ਹਾਈ ਕਿੱਦਾਂ ਚੱਲਦੀ ਹੈ। ਮੈਂ ਉਹਨੂੰ ਕਿਹਾ ਕਿ ਮੈਂ ਸਾਇੰਸ ਛੱਡ ਕੇ ਆਰਟਸ ਲੈ ਲਿਆ ਕਿ ਮੇਰੇ ਕੋਲ ਸਾਇੰਸ ਨਹੀਂ ਪੜ੍ਹਨੀ। ਅੱਛਾ ਜੀ। ਉਹ ਮੈਨੂੰ ਕਹਿਣ ਲੱਗੇ ਵੀ ਇਦਾਂ ਕਰ ਵੀ ਕੋਈ ਢੋਲਾ ਚੁੱਕ ਤੇ ਜਾ ਕੇ ਹਲਵਾ, ਹੁਣ ਤੂੰ ਪੜ੍ਹਨਾ ਨਹੀਂ, ਆਪਾਂ ਜੇ ਪੜ੍ਹਨਾ ਤਾਂ ਸਾਇੰਸ ਹੀ ਪੜ੍ਹਨਾ ਤੇ ਨਹੀਂ ਤਾਂ ਆਰਟਸ ਤਾਂ ਪੜ੍ਹਨੀ ਨਹੀਂ। ਕਿਆ ਬਾਤ। ਮੈਂ ਕਿਹਾ ਵੀ ਇਹ ਤਾਂ ਬੜਾ ਮੇਰੇ ਕੋਲ ਤੇ ਮੈਨੂੰ ਸਮਝ ਨਹੀਂ ਆਉਂਦਾ। ਤੇ ਅਲਟੀਮੇਟਲੀ ਕੀ ਹੋਇਆ ਕਿ ਮੈਨੂੰ ਉਹਨਾਂ ਨੇ ਫਿਰ ਦੁਬਾਰਾ ਆਰਟਸ ਤੋਂ ਫਿਰ ਸਾਇੰਸ ਦੇ ਵਿੱਚ ਮੇਰੇ ਸਬਜੈਕਟ ਤਬਦੀਲ ਕਰ ਦਿੱਤੇ। ਔਰ ਇਹ ਜਿਹੜੀ ਮਨ ਦੀ ਜਿੱਤੀ ਸੀ, ਜਿਹੜਾ ਤੁਹਾਡਾ ਇੱਕ ਫੋਕਸਿੰਗ ਤੁਹਾਡੀ ਚੇਂਜ ਹੋ ਗਈ, ਤੁਸੀਂ ਇੱਧਰ ਹੋ ਗਏ ਫਿਰ ਇੱਧਰ ਹੋ ਗਏ ਫਿਰ ਇੱਧਰ ਹੋ ਗਏ, ਉਹਦੇ ਨਾਲ ਜਿਹੜੀ ਤੁਹਾਡਾ ਇੱਕ ਪੜ੍ਹਾਈ ਦਾ ਜਿਹੜਾ ਫੋਕਸਿੰਗ ਸੀ, ਕੰਸੈਂਟਰੇਸ਼ਨ ਸੀ, ਉਹ ਡਿਸਟਰਬ ਹੋ ਗਈ। ਔਰ ਹੋਇਆ ਕੀ ਕਿ ਮੈਂ ਪ੍ਰੈਪ ਵਿੱਚੋਂ ਫੇਲ ਹੋ ਗਿਆ। ਔਰ ਪ੍ਰੈਪ ਵਿੱਚੋਂ ਫੇਲ ਵੀ ਮੈਂ ਉਸ ਵੇਲੇ ਮੈਨੂੰ ਦੱਸਿਆ ਗਿਆ ਜਦੋਂ ਮੈਂ ਆਪਣੇ ਫਾਦਰ ਨਾਲ ਰੂੜੀ ਪਵਾ ਰਿਹਾ ਸੀ ਤੇ ਮੇਰੇ ਕਲਾਸ ਵਾਲੋਂ ਨੇ ਆਣ ਕੇ ਦੱਸਿਆ ਕਿ ਮੈਂ ਤੇ 11ਵੀਂ ਚੋਂ ਪ੍ਰੈਪ ਚੋਂ ਪਾਸ ਹੋ ਗਿਆ ਪਰ ਤੂੰ ਫੇਲ ਹੋ ਗਿਆ। ਅੱਛਾ ਜੀ। ਔਰ ਉਸ ਮੂਮੈਂਟ ਤੇ ਮੇਰੇ ਬਾਪ ਦੀ ਅੱਖ ਵਿੱਚ ਉੱਗਿਆ ਹੋਇਆ ਅੱਥਰੂ ਮੈਨੂੰ ਹੁਣ ਵੀ ਯਾਦ ਆਉਂਦਾ ਹੈਗਾ ਕਿ ਉਹ ਬਹੁਤ ਉਦਾਸ ਔਰ ਹਤਾਸ਼ ਹੋਏ ਕਿ ਯਾਰ ਅਸੀਂ ਆਪਣੇ ਬੱਚੇ ਵਾਸਤੇ ਕਿਹੋ ਜਿਹਾ ਸੁਪਨੇ ਬੁਣੇ ਸੀ ਤੇ ਇਹ ਬੱਚੇ ਨੇ ਕੀ ਕੀਤਾ ਹੈ। ਬਟ ਇੱਕ ਉਹਨਾਂ ਦਾ ਜਿਹੜਾ ਹੌਸਲਾ ਸੀ ਜਾਂ ਉਹਨਾਂ ਦੀ ਹੱਲਾਸ਼ੇਰੀ ਸੀ ਕਿ ਮੈਨੂੰ ਕਹਿਣ ਲੱਗੇ ਕਿ ਯਾਰ ਤੂੰ ਕਿਹੜਾ ਹਜੇ ਵੱਡਾ ਹੋ ਗਿਆ ਤੇ ਤੂੰ ਅਗਲੇ ਸਾਲ ਅਰਕੀ ਫਿਰ ਮਿਹਨਤ ਕਰੀ ਤੈਨੂੰ ਫਿਰ ਦੁਬਾਰਾ ਦਾਖਲ ਹੋ ਜਾ। ਕਿਆ ਬਾਤ, ਕਿਆ ਬਾਤ। ਬਟ ਉਸ ਮੂਮੈਂਟ ਤੇ ਮੇਰੀ ਇਹ ਆਪਣੇ ਆਪ ਨਾਲ ਕਸਮ ਸੀ ਕਿ ਮੈਂ ਹੁਣ ਪਿੱਛੇ ਨਹੀਂ ਹਟਾਂਗਾ ਐਂਡ ਆਈ ਵਿਲ ਟਰਾਈ ਕਿ ਮੈਂ ਆਪਣੇ ਬਾਪ ਦੀ ਅੱਖ ਵਿੱਚ ਉੱਗੇ ਹੋਏ ਅਥਰੂ ਨੂੰ ਇੱਕ ਖੁਸ਼ੀ ਦੇ ਅਥਰੂਆਂ ਵਿੱਚ ਜੇ ਬਦਲ ਸਕਿਆ ਤੇ ਇਹ ਮੇਰਾ ਜਿਉਣਾ ਸਕਾਤ ਹੋਏਗਾ, ਅਦਰਵਾਈਜ਼ ਮੇਰਾ ਜਿਉਣਾ ਜਿਹੜਾ ਉਹ ਠੀਕ ਨਹੀਂ। ਐਟ ਦੈਟ ਮੂਮੈਂਟ ਚੇਂਜਡ ਮਾਈ ਲਾਈਫ। ਔਰ ਉਹਨੇ ਮੇਰਾ ਟੋਟਲ ਲਾਈਫ ਚੇਂਜ ਕਰਤਾ ਐਂਡ ਹੋਇਆ ਇੱਕ ਮੈਂ ਆਪਣਾ BSc ਔਨਵਰਡ, BSc 1 ਔਨਵਰਡ ਮੈਨੂੰ ਮੈਟ ਸਕਾਲਰਸ਼ਿਪ ਮਿਲਣਾ ਪਿਆ। BSc ਫਾਈਨਲ ਦੇ ਵਿੱਚ ਮੈਂ ਯੂਨੀਵਰਸਿਟੀ ਚੋਂ ਮੈਟ ਸਕਾਲਰਸ਼ਿਪ ਤੇ ਮੈਟ ਤੇ ਲਿਸਟ ਤੇ ਆ ਗਿਆ ਐਂਡ ਉਹ ਮੈਟ ਸਕਾਲਰਸ਼ਿਪ ਮੈਨੂੰ MSc ਚ ਮਿਲ ਗਿਆ ਐਂਡ ਇਨ MSc ਆਈ ਸਕੋਰਡ ਸੈਕੰਡ ਇਨ ਦੀ ਯੂਨੀਵਰਸਿਟੀ। ਅੱਛਾ ਜੀ। ਔਰ ਮੈਨੂੰ ਮੇਰੇ ਬਾਪ ਨੂੰ ਇਹ ਬੜਾ ਚੰਗਾ ਲੱਗਾ ਕਿ ਮੇਰੇ ਬੱਚੇ ਨੇ 16 ਜਮਾਤਾਂ ਪਾਸ ਕਰ ਲਈਆਂ, ਭਾਵੇਂ ਕੋਈ ਪਤਾ ਨਹੀਂ ਸੀ ਕਿ ਸਾਇੰਸ ਚ ਪੜ੍ਹਿਆ ਹੈ ਜਾਂ ਪਹਿਲੀ ਪੋਜੀਸ਼ਨ ਹੈ ਸੈਕੰਡ ਪੋਜੀਸ਼ਨ ਹੈ। ਐਂਡ ਉਸ ਤੋਂ ਬਾਅਦ ਮੈਂ ਕਾਲਜਾਂ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਸਾਰਾ ਇਹ ਇੱਕ ਲੰਬਾ ਪ੍ਰੋਸੈਸ ਸੀ ਬਟ ਉਹਦੇ ਵਿੱਚ ਇੱਕ ਜ਼ਿੰਦਗੀ ਦੇ ਵਿੱਚ ਇੱਕ ਮੋੜ ਆਉਂਦਾ ਹੈ ਕਿ ਕਈ ਵਾਰ ਤੁਸੀਂ ਸੁਪਨਾ ਲੈਂਦੇ ਹੋ ਤਾਂ ਸੁਪਨਾ ਜਿਹੜਾ ਤਿੜਕਦਾ ਹੈ ਉਹਦੀ ਚੀਜ਼ ਜਿਹੜੀ ਹੈ ਉਹ ਤੁਹਾਨੂੰ ਜਿਹੜੀ ਹੈਗੀ ਆ ਸਾਰੀ ਉਮਰ ਝਟਕਾਉਂਦੀ ਰਹਿੰਦੀ ਆ ਔਰ ਉਹ ਸੁਪਨੇ ਦੀ ਪੂਰਤੀ ਲਈ ਕਈ ਵਾਰ ਤੁਹਾਨੂੰ 40 ਸਾਲ ਤੱਕ ਵੀ ਉਡੀਕ ਕਰਨੀ ਪੈਂਦੀ ਆ। ਉਹ ਸੁਪਨਾ ਇਹ ਸੀ ਕਿ ਮੈਂ 1977 ਚ ਜਦੋਂ MSc ਕੀਤੀ ਆ ਦੈਨ ਆਈ ਅਪਲਾਈਡ ਫਾਰ ਹਾਇਰ ਸਟੱਡੀਜ਼ ਇਨ ਕੈਨੇਡਾ। ਮੈਨੂੰ ਦਾਖਲਾ ਮਿਲ ਗਿਆ ਹਾਇਰ ਸਟੱਡੀ ਵਾਸਤੇ। ਦੈਨ ਦੇ ਨੀਡ ਸਮ ਸਪਾਂਸਰਸ਼ਿਪ। ਮੈਂ ਆਪਣੇ ਕਲੋਜ਼ ਰਿਲੇਟਿਵ ਨੂੰ ਕਿਹਾ ਕਿ ਮੈਨੂੰ ਸਪਾਂਸਰਸ਼ਿਪ ਭੇਜ ਦਿਓ ਐਂਡ ਹੀ ਰਿਫਿਊਜ਼ਡ ਦਿਸ ਸਪਾਂਸਰਸ਼ਿਪ। ਔਰ ਉਹ ਮੇਰਾ ਕੈਨੇਡਾ ਜਾਣ ਦਾ ਉੱਥੇ ਪੜ੍ਹਨ ਦਾ ਜਾਂ ਪੜ੍ਹਨ ਦਾ ਮਤਲਬ ਇਹ ਹੈ ਕਿ ਜੇ ਮੈਂ ਉੱਥੇ PhD ਕਰਦਾ ਦੈਨ ਸਰਟਨਲੀ ਮੇਰੇ ਮਨ 'ਚ ਇਹ ਵੀ ਸੀ ਕਿ ਮੈਂ ਕਿਸੇ ਯੂਨੀਵਰਸਿਟੀ ਉੱਥੇ ਪੜ੍ਹਾਉਂਗਾ। ਇੱਕ ਸੁਪਨਾ 10 ਸੁਪਨਾ ਤੁਹਾਡੇ ਮਨ ਦੇ ਵਿੱਚ ਪੈਦਾ ਹੁੰਦੇ ਨੇ। ਸੋ ਉਹ ਸੁਪਨਾ ਟੁੱਟ ਗਿਆ। ਫਿਰ ਦੈਨ ਮੈਂ ਇੱਥੇ ਆਣ ਕੇ PhD ਆਪਣੀ ਸ਼ੁਰੂ ਕੀਤੀ ਐਂਡ ਡੂਰਿੰਗ PhD ਆਈ ਵੈਂਟ ਟੂ ਕੈਨੇਡਾ ਟੂ ਅਟੈਂਡ ਦੀ ਇੰਟਰਨੈਸ਼ਨਲ ਕਾਨਫਰੰਸ। ਜਸਟ ਮੇਰੇ ਮਨ ਸੀ ਕਿ ਨਹੀਂ ਯਾਰ ਕੈਨੇਡਾ ਕਿਉਂ ਨਹੀਂ ਜਾ ਸਕਦਾ, ਮੈਂ ਜਾ ਸਕਦਾ ਹਾਂ। ਦੈਨ ਆਈ ਵੈਂਟ ਟੂ ਕੈਨੇਡਾ। Then in 2003 I get ਮੈਂ ਕੈਨੇਡਾ ਦੀ ਇਮੀਗ੍ਰੇਸ਼ਨ ਲੈ ਲਈ। ਫਿਰ ਉਸ ਤੋਂ ਬਾਅਦ ਮੈਂ 2010 ਵਿੱਚ ਜਦੋਂ ਪ੍ਰੀ ਮੈਚੁਰ ਰਿਟਾਇਰਮੈਂਟ ਲੈ ਕੇ ਚਲ ਗਿਆ। ਦੈਨ 2014 ਚ ਮੈਂ ਅਮਰੀਕਾ ਮੂਵ ਕਰ ਗਿਆ। ਬਟ ਮੇਰੇ ਮਨ ਦੇ ਵਿੱਚ ਉੱਥੇ ਪੜ੍ਹਾਉਣ ਦਾ ਜਿਹੜਾ ਇੱਕ ਸੁਪਨਾ ਸੀ ਉਹ ਹਜੇ ਜਿਉਂਦਾ ਸੀ ਔਰ ਉਹ ਸੁਪਨੇ ਦੀ ਪੂਰਤੀ ਲਈ ਮੇਰੀ ਕੋਸ਼ਿਸ਼ ਸੀ ਕਿ ਮੈਂ ਜੇ ਉਸ ਸੁਪਨੇ ਨੂੰ ਪੂਰਾ ਕਰ ਸਕਾਂ। ਮੈਂ ਜਦੋਂ ਅਮਰੀਕਾ ਗਿਆ ਦੈਨ ਮੈਂ ਕੀ ਕੀਤਾ ਕਿ ਮੈਂ ਸਕੂਲ 'ਚ ਪੜ੍ਹਾਉਣ ਵਾਸਤੇ ਇੱਕ ਸਰਟੀਫਿਕੇਸ਼ਨ ਹੁੰਦੀ ਆਨਲਾਈਨ, ਮੈਂ ਉਹ ਆਨਲਾਈਨ ਸਰਟੀਫਿਕੇਸ਼ਨ ਵੀ ਕਰ ਲਈ। ਨਾਲ ਨਾਲ ਆਈ ਵਾਸ ਟ੍ਰਾਈਂਗ ਟੂ ਬੀ ਇਨ ਸਮ ਯੂਨੀਵਰਸਿਟੀ ਔਰ ਕਾਲਜ ਪੜ੍ਹਾਉਣ ਵਾਸਤੇ। ਔਰ ਲੱਕਲੀ ਇਹ ਹੋਇਆ ਕਿ ਮੈਨੂੰ ਅਮਰੀਕਾ ਦੀ ਕਲੀਵਲੈਂਡ ਸਟੇਟ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਮੌਕਾ ਮਿਲ ਗਿਆ ਐਂਡ ਜਨਵਰੀ 2016 ਤੋਂ ਮੈਂ ਉਸ ਯੂਨੀਵਰਸਿਟੀ 'ਚ ਪੜ੍ਹਾ ਰਿਹਾ ਹਾਂ।
ਔਰ ਜਿਸ ਦਿਨ ਮੈਂ ਸਰਦੂਲ ਸਿੰਘ ਜੀ, ਜਿਸ ਦਿਨ ਮੈਂ ਪਹਿਲੇ ਦਿਨ ਕਲਾਸ ਵਿੱਚ ਗਿਆ, ਮੇਰੀ ਕਲਾਸ ਵਿੱਚ 60 ਬੱਚੇ ਬੈਠੇ ਸੀ, ਆਲ ਆਰ ਵਾਈਟ, ਔਰ ਉਹ ਬੱਚੇ ਸਾਰੇ ਜਿਹੜੇ ਸੀ ਦੇ ਆਰ ਗੋਇੰਗ ਟੂ ਬੀ ਪ੍ਰੋਫੈਸ਼ਨਲ, ਮੇਬੀ ਮੈਡੀਸਨ, ਡੈਂਟਿਸਟਰੀ, ਫਿਜ਼ੀਓਥੈਰੇਪੀ ਔਰ ਸਮਥਿੰਗ ਲਾਈਕ ਦੈਟ। ਔਰ ਮੇਰੀਆਂ ਅੱਖਾਂ ਨਮ ਹੋ ਗਈਆਂ ਕਿ ਗੁਰਬਖਸ਼, ਇਹ ਤੇਰੇ ਮਾਪਿਆਂ ਦੀ ਅਸੀਸ ਹੈ, ਤੇਰੀ ਮਿੱਟੀ ਦੀ ਕੋਈ ਦੁਆ ਹੈ, ਜਾਂ ਤੇਰਾ ਕੁਦਰਤ ਦੀ ਇਹ ਅਨਾਇਤ ਹੈ ਕਿ ਯਾਰ ਮਨ ਚ ਪਸ਼ੂ ਚਾਰਨ ਵਾਲਾ ਮੁੰਡਾ ਸੀ, ਤੇ ਹੁਣ ਤੂੰ ਇੱਥੇ ਅਮਰੀਕਾ ਦੀ ਯੂਨੀਵਰਸਿਟੀ ਚ ਵਾਈਟ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਇਸ ਵੇਲੇ ਕਲਾਸ ਵਿੱਚ ਖੜਾ ਹੈਗਾ। ਸਰ ਮੈਂ ਜਿਹੜੀ ਤੁਸੀਂ ਜਿਹੜੀ ਗੱਲ ਕੀਤੀ, ਮੈਂ ਸੌਰੀ ਤੁਹਾਡੀ ਗੱਲ ਡਿਸਟਰਬ ਕਰ ਰਿਹਾ, ਕਿਉਂਕਿ ਦੇਖੋ ਇੱਕ ਸੁਪਨਾ ਕਿੰਨਾ ਵੱਡਾ ਸੀ, ਇੱਕ ਬਾਪ ਦਾ ਸੁਪਨਾ ਸੀ, ਰਿਸ਼ਤੇਦਾਰਾਂ ਦੀ ਬੇਵਫਾਈ ਹੋਈ ਪਰ ਬਾਪ ਨੇ ਹੱਲਾਸ਼ੇਰੀ ਦਿੱਤੀ, ਔਰ ਤੁਸੀਂ ਫਿਰ ਉਸੇ ਜਗ੍ਹਾ ਤੇ ਪਹੁੰਚੇ ਔਰ ਉਸ ਮੁਕਾਮ ਤੋਂ ਉੱਚੇ ਮੁਕਾਮ ਤੇ ਪਹੁੰਚੇ। ਮੈਨੂੰ ਲੱਗਦਾ ਵੀ ਜਿਹੜਾ ਇੱਕ ਸੈਂਸਿਟਿਵ ਮਨ ਵਾ ਜਿਹੜਾ ਤੁਹਾਡੇ ਅੰਦਰ ਸੀ, ਉਹ ਬਾਪ ਬੈਠਾ ਹੋਇਆ ਸੀ ਜਾਂ ਘਰ ਬੈਠਾ ਹੋਇਆ ਸੀ, ਪੰਡਾਲ ਬੇਟ ਬੈਠਾ ਹੋਇਆ ਸੀ, ਮੰਡ ਬੈਠਾ ਹੋਇਆ ਸੀ, ਡੰਗਰ ਬੈਠੇ ਹੋਏ ਸੀ, ਇਹ ਚੀਜ਼ ਨਾ ਜਿਹੜੀ ਬੰਦੇ ਨੂੰ ਧਰਤੀ ਨਾਲ ਜੋੜੀ ਰੱਖਦੀ ਆ। ਤੇ ਜਦੋਂ ਤੁਸੀਂ ਧਰਤੀ ਦੀ ਗੱਲ ਕਰ ਰਹੇ ਹੋ, ਤੁਸੀਂ ਕਹਿੰਦੇ ਮੈਂ ਗੋਰਿਆਂ ਨੂੰ ਪੜ੍ਹਾਇਆ ਤੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਹੰਝੂ ਪੱਥਰ ਦਿਲ ਇਨਸਾਨ ਦੇ ਵਿੱਚ ਨਹੀਂ ਆਉਂਦੇ, ਹੰਝੂ ਜਿਹੜਾ ਸੈਂਸਿਟਿਵ ਆ, ਜਿਹੜਾ ਬੰਦਾ ਇਸ ਚੀਜ਼ ਨੂੰ ਮਹਿਸੂਸ ਕਰ ਰਿਹਾ। ਮੈਨੂੰ ਲੱਗਦਾ ਕਿ ਜਦੋਂ ਤੁਸੀਂ ਸਾਹਿਤ ਲਿਖ ਰਹੇ ਆ, ਉਸ ਵੇਲੇ ਤੁਹਾਡੀ ਸੈਂਸਿਟੀਵਿਟੀ ਬਹੁਤ ਕੰਮ ਕਰ ਰਹੀ ਹੈ। ਔਰ ਮੈਂ ਇਹ ਵੀ ਇੱਕ ਸਾਡਾ ਇੱਕ ਥੋੜਾ ਸਾਡੀ ਇੱਕ ਜਿਗਿਆਸਾ ਬਣਦੀ ਆ ਕਿ ਆਪ ਜੀ ਇਹ ਵੀ ਸਾਡੇ ਨਾਲ ਸਾਂਝਾ ਕਰੋ ਇੱਕ ਐਕਸਪੀਰੀਅੰਸ ਆਪਣਾ, ਕਿ ਸਾਇੰਸ ਵਾਲਾ ਵਿਦਿਆਰਥੀ ਲਿਟਰੇਚਰ ਵਾਲੇ ਪਾਸੇ ਕਿੱਦਾਂ ਪਲਟੀ ਮਾਰ ਗਿਆ। ਇਹ ਚੀਜ਼ਾਂ ਜਿਹੜੀਆਂ ਇਹ ਕਿਉਂਕਿ ਤੁਸੀਂ ਕਮਾਈ ਕੀਤੀ ਆ, ਤੁਸੀਂ ਕਮਾਈਆਂ, ਤੁਸੀਂ ਸਾਰਾ ਕੁਝ ਦੇਖਿਆ ਵਾ, ਬਾਪ ਦੇ ਅਥਰੂ ਦੇਖੇ ਆ, ਬਾਪ ਦੇ ਅਥਰੂ ਦਾ ਸੁਪਨਾ ਦੇਖਿਆ। ਸੋ ਇਹ ਇੱਥੋਂ ਹੀ ਲਿਟਰੇਚਰ ਦੀ ਕਿਤੇ ਮੈਨੂੰ ਲੱਗਦਾ ਜਾਗ ਲੱਗਦੀ ਹੋਵੇ ਤੁਹਾਨੂੰ। ਦਰਅਸਲ ਤੁਸੀਂ ਇਹ ਬੜਾ ਵਧੀਆ ਕੁਐਸਚਨ ਕੀਤਾ, ਕਿਉਂਕਿ ਮੈਂ ਆਈ ਵੈਰੀ ਸੈਂਸਿਟਿਵ। ਮੈਂ ਜਦੋਂ ਸਾਇੰਸ ਵੀ ਪੜ੍ਹਦਾ ਸੀ ਤੇ ਮੈਨੂੰ ਲਿਟਰੇਚਰ ਪੜ੍ਹਨਾ ਬੜਾ ਚੰਗਾ ਲੱਗਦਾ ਸੀ, ਔਰ ਮੇਰਾ ਹੁੰਦਾ ਕਿ ਮੈਂ ਬੰਦੇ ਦੇ ਅੰਦਰ ਜਿਹੜਾ ਵਸਦਾ ਬੰਦਾ ਹੈ ਨਾ, ਉਹਨੂੰ ਪੜ੍ਹਨਾ, ਬੰਦੇ ਨੂੰ ਪੜ੍ਹਨਾ, ਬੰਦਾ ਕੀ ਹੈ, ਕਿਸ ਤਰ੍ਹਾਂ ਉਹ ਚੇਂਜ ਹੁੰਦਾ ਹੈ। ਔਰ ਮੈਂ ਪੜ੍ਹਦਾ ਰਿਹਾ, ਔਰ ਸ਼ਾਇਦ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂ ਕਿ during 1975 to 77 I was at ਪੰਜਾਬ ਯੂਨੀਵਰਸਿਟੀ ਪਟਿਆਲਾ, ਔਰ ਫੇਅਰਵੈਲ ਤੇ ਐਮਰਜੈਂਸੀ ਖਤਮ ਹੋਣ ਤੋਂ ਪਹਿਲਾਂ ਦੀ ਗੱਲ ਹੈ ਕਿ ਮੈਂ ਇੱਕ ਛੋਟੀ ਜਿਹੀ ਨਜ਼ਮ ਉੱਥੇ ਪੜ੍ਹ ਦਿੱਤੀ ਫੇਅਰਵੈਲ ਤੇ ਕਿ ਹਵਾ ਬੰਦ ਹੈ, ਦਰਖਤਾਂ ਦੇ ਪੱਤੇ ਨਹੀਂ ਹਿਲਦੇ, ਪਹਿਆਂ ਚੋਂ ਕੱਟਾ ਨਹੀਂ ਉੜਦਾ, ਇਸ ਦਾ ਇਹ ਮਤਲਬ ਨਹੀਂ ਕਿ ਹਵਾ ਮਰ ਚੁੱਕੀ ਹੈ। ਵਾਹ, ਇਹ ਤਾਂ ਸਮੋ ਸੂਚਕ ਹੈ ਕਿਸੇ ਆਉਣ ਵਾਲੇ ਭਾਰੀ ਤੂਫਾਨ ਦਾ। ਔਰ ਇਹ ਨਜ਼ਮ ਜਦੋਂ ਮੈਂ ਪੜ੍ਹੀ ਤੇ ਮੇਰੇ ਪ੍ਰੋਫੈਸਰ ਨੇ ਦੂਏ ਦਿਨ ਹੀ ਮੈਨੂੰ ਸੱਦ ਲਿਆ ਕਿ ਤੂੰ ਇਹ ਐਮਰਜੈਂਸੀ ਦੌਰਾਨ ਜਿਹੜੀ ਇਹ ਨਜ਼ਮ ਤੂੰ ਕਿੱਦਾਂ ਪੜ੍ਹ। ਔਰ ਉਹਦਾ ਬਜਾਨਾ ਮੈਨੂੰ ਹੋਇਆ ਕਿ ਆਈ ਵਾਸ ਗੋਇੰਗ ਟੂ ਬੀ ਫਸਟ ਇਨ ਯੂਨੀਵਰਸਿਟੀ, ਔਰ ਮੇਰੇ ਪ੍ਰੈਕਟੀਕਲ 'ਚ ਨੰਬਰ ਜਿਹੜੇ ਸੀ ਉਹਨਾਂ ਨੇ ਜਸਟ ਮੈਨੂੰ 60% ਨੰਬਰ ਦਿੱਤੇ ਪ੍ਰੈਕਟੀਕਲ 'ਚ। ਹੁਣ ਥੱਲੇ ਲੈਣ ਦਾ ਥਿਊਰੀ 'ਚ ਮੈਂ ਫਸਟ ਸੀਗਾ, ਪ੍ਰੈਕਟੀਕਲ 'ਚ ਥੱਲੇ ਲੈਣ ਦਾ, ਐਂਡ ਆਈ ਵਾਸ ਸੈਕੰਡ ਇਨ ਯੂਨੀਵਰਸਿਟੀ। ਬਟ ਮੈਨੂੰ ਕੋਈ ਅਫਸੋਸ ਨਹੀਂ, ਮੈਂ ਪ੍ਰੋਫੈਸਰ ਬਣਨਾ ਸੀ, ਪ੍ਰੋਫੈਸਰ ਬਣ ਗਿਆ। ਦੂਜੇ ਨੰਬਰ ਤੇ ਮੈਨੂੰ ਸ਼ੌਕ ਸੀ, ਮੈਂ ਥੋੜਾ ਬਹੁਤਾ, ਪਰ ਨਿੱਠ ਕੇ ਜਿਹੜਾ ਸਾਹਿਤ ਵਿੱਚ ਜੁੜਨਾ ਔਰ ਸਾਹਿਤ ਨੂੰ ਇੱਕ ਵੱਖਰੀ ਐਂਗਲ ਤੋਂ ਦੇਖ ਕੇ ਵੱਖਰੇ ਤਰੀਕੇ ਨਾਲ ਜਿਹੜਾ ਸਮਝਣਾ, ਸੋਚਣਾ, ਲਿਖਣਾ, ਉਹਦਾ ਆਧਾਰ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਐਗਜ਼ਾਮਪਲ ਹੈ ਕਿ ਮੇਰੀ ਵੱਡੀ ਬੇਟੀ 1998 ਦੇ ਵਿੱਚ ਉਹ ਡੈਂਟਲ ਕਾਲਜ ਵਿੱਚ ਆਉਂਦੀ। ਉਹ ਬੇਟੀ ਬੜੀ ਸੈਂਸਿਟਿਵ ਸੀ, ਉਹਨੇ ਦੂਜੀ ਦਿਨ ਕਹਿਣਾ ਕਿ ਮੈਨੂੰ ਘਰ ਲੈ ਜਾਓ, ਮੈਂ ਇੱਥੇ ਰਹਿਣਾ ਨਹੀਂ। ਦੈਨ ਆਈ ਰੋਟ ਸਮ ਲੈਟਰਸ ਵੀ ਬੇਟਾ ਤੇਰੇ ਕੈਰੀਅਰ ਵਾਸਤੇ ਇਹ ਲੈਟਰ ਮਾਰਕੀ ਆਹ ਗੱਲਾਂ ਜਿਹੜੀਆਂ ਬੜੀਆਂ ਜ਼ਰੂਰੀ ਨੇ, ਹੋਰ ਸੋਚ ਕਿੱਦਾਂ ਰਹਿਣਾ ਹੈ, ਕਿਸ ਤਰ੍ਹਾਂ ਰਹਿਣਾ ਹੈ। ਔਰ ਮੈਂ ਥੋੜੀ ਦਿਨ ਮੈਂ ਲਿਖਣ ਸਾਰੇ ਆਪਣੀ ਕੋਲਾ ਖਾਲੀ ਕਰ ਰਹੇ ਸੀ, ਉਹ ਉਦੋਂ ਦੀ ਮੈਨੂੰ ਲੈਟਰ 8-10 ਲੈਟਰ ਮੈਨੂੰ ਉਹ ਮਿਲ ਗਏ। ਅੱਛਾ, ਉਹ ਲੈਟਰ ਜਦੋਂ ਲਿਖੇ ਉਹ ਮੈਨੂੰ ਬੇਟੀ ਕਹਿਣ ਲੱਗੀ ਕਿ ਪਾਪਾ ਤੁਹਾਡੇ ਲੈਟਰ ਮੇਰੇ ਨਾਲ ਮੇਰੀਆਂ ਸਹੇਲੀਆਂ ਪਹਿਲਾਂ ਪੜ੍ਹ ਲੈਂਦੀਆਂ। ਉਹਨਾਂ ਲੈਟਰ ਨੂੰ ਆਧਾਰ ਬਣਾ ਕੇ ਫਿਰ ਮੈਂ ਮਿਡਲ ਲੇਖ ਅਜੀਤ ਵਿੱਚ ਛਾਪੀ, ਔਰ ਉਹਨਾਂ ਦਾ ਇੰਨਾ ਵੱਡਾ ਹੁੰਗਾਰਾ ਮਿਲਿਆ ਕਿ ਉਹਨਾਂ ਦੇ ਬੇਸ ਤੇ ਮੇਰੀ ਜਿਹੜੀ ਪਹਿਲੀ ਕਿਤਾਬ ਸੀ ਰੰਗਾਂ ਦਾ ਦਰਿਆ, ਉਹ ਕਿਤਾਬ ਆਈ। ਫਿਰ ਮੈਨੂੰ ਲੱਗਾ ਕਿ ਨਹੀਂ ਯਾਰ, ਮੈਨੂੰ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਇਹ ਲਿਖਣੀ ਚਾਹੀਦੀਆਂ। ਫਿਰ ਮੇਰੀ ਕਿਤਾਬ ਆਈ ਘਰ ਅਰਦਾਸ ਕਰ। ਘਰ ਨੂੰ ਮੁਖਾਤਬ ਹੋਣਾ, ਤੁਸੀਂ ਕਮਰੇ ਨੂੰ ਮੁਖਾਤਬ ਹੋਣਾ, ਕੰਧਾਂ ਨੂੰ ਮੁਖਾਤਬ ਹੋਣਾ, ਵਿਹੜੇ ਨੂੰ,
ਦਰਵਾਜ਼ੇ ਨੂੰ ਖਾਤਾ ਉਹਦੀ ਬੜੀ ਚਰਚਾ ਰਹੀ ਆ ਸਾਡੇ ਨਾਲ ਸਰੋਤਿਆਂ ਨਾਲ ਗੱਲ ਸਾਂਝੀ ਕਰਾਂ ਕਿ ਘਰ ਅਰਦਾਸ ਕਰੇ ਦੇ ਬੜੇ ਐਕਸਪੀਰੀਅੰਸ ਭੰਡਾਲ ਸਾਹਿਬ ਨੂੰ ਹੋਏ ਨੇ। ਅਸੀਂ ਪਹਿਲਾਂ ਵੀ ਅਕਸਰ ਗੱਲਬਾਤ ਕਰਦੇ ਹਾਂ ਔਰ ਘਰ ਅਰਦਾਸ ਕਰੇ ਨੂੰ ਪਾਠਕਾਂ ਨੇ, ਪੰਜਾਬੀ ਪਾਠਕਾਂ ਨੇ ਬਹੁਤ ਜ਼ਿਆਦਾ ਹੁੰਗਾਰਾ ਦਿੱਤਾ, ਭਰਵਾਂ ਹੁੰਗਾਰਾ ਦਿੱਤਾ ਔਰ ਲੋਕਾਂ ਦੇ ਘਰਾਂ ਤੱਕ ਗੱਲ ਪਹੁੰਚੀ, ਲੋਕਾਂ ਦੇ ਰਿਸ਼ਤਿਆਂ ਤੱਕ ਗੱਲ ਪਹੁੰਚੀ। ਤੇ ਇਹਦੇ ਆਪਣੀ ਗੱਲ ਜਾਰੀ ਰੱਖੋ ਜੀ। ਉਹ ਕਿਤਾਬ ਜਿਹੜੀ ਸੀ ਜੀ ਉਹ ਵੱਖਰੇ ਵਿਧਾ ਸੀ ਕਿ ਉਹਦੇ ਵਿੱਚ ਘਰ ਦੀ ਗੱਲ ਸੀ, ਰਿਸ਼ਤਿਆਂ ਦੀ ਗੱਲ ਸੀ, ਮਾਪਿਆਂ ਦੀ ਗੱਲ ਸੀ। ਫਿਰ ਮੈਨੂੰ ਲੱਗਾ ਕਿ ਉਸ ਤੋਂ ਬਾਅਦ ਮੈਂ ਲਗਾਤਾਰ ਲਿਖਦਾ ਰਿਹਾ। ਫਿਰ ਮੈਨੂੰ ਲੱਗਾ ਕਿ ਨਹੀਂ ਯਾਰ, ਇੱਕ ਸਾਡਾ ਬਾਹਰਲਾ ਘਰ ਹੈ, ਇੱਕ ਮਨੁੱਖ ਦਾ ਅੰਦਰਲਾ ਘਰ ਵੀ ਹੁੰਦਾ ਵੀ ਅੰਦਰਲਾ ਸਾਡਾ ਸਰੀਰ ਹੈ, ਉਹਦੇ ਮਤਲਬ ਉਹਨੂੰ ਕੌਣ ਡਿਫਾਈਨ ਕਰਦਾ ਹੈ, ਸਾਡੇ ਹਿਊਮਨ ਬਾਡੀ ਦੇ ਡਿਫਰੈਂਟ ਪਾਰਟਸ ਕਰਦੇ ਨੇ। ਫਿਰ ਮੇਰੀ ਕਿਤਾਬ ਆਈ ਸੀ ਕਾਇਆ ਦੀ ਕੈਨਵਸ। ਉਹ ਸਿਰ ਤੋਂ ਲੈ ਕੇ ਟੋ ਤੱਕ ਜਿਹੜੇ ਹਿਊਮਨ ਬਾਡੀ ਦੇ ਅੰਗ ਸੀ, ਉਹਨਾਂ ਦਾ ਸਾਇੰਟੀਫਿਕ ਆਧਾਰ, ਉਹਨਾਂ ਦਾ ਸਮਾਜਿਕ, ਉਹਨਾਂ ਦਾ ਸਾਈਕੋਲੋਜੀਕਲ, ਉਹਨਾਂ ਦਾ ਮਤਲਬ ਭਾਵਨਾਤਮਕ, ਉਹ ਸਾਡੀ ਵਿਅਕਤੀਤਵ ਨੂੰ ਕਿੱਦਾਂ ਡਿਫਾਈਨ ਕਰਦੇ, ਉਹ ਸਾਰਾ ਸੀ। ਉਹ ਇਸ ਤਰ੍ਹਾਂ ਦੇ ਮੇਰਾ ਹੁੰਦਾ ਕਿ ਮੈਂ ਜੇ ਕੁਝ ਇਹੋ ਜਿਹੀਆਂ ਗੱਲਾਂ ਇਸ ਤਰ੍ਹਾਂ ਦਾ ਜੇ ਮੈਂ ਲਿਖ ਸਕਾਂ ਤਾਂ ਜਿਹੜਾ ਸਮੇਂ ਨਾਲ ਬਦਲੇ ਨਾ, ਸਮਾਂ ਹਰ ਸਮੇਂ ਇਹਨਾਂ ਚੀਜ਼ਾਂ ਦੀ ਲੋੜ ਰਹੇ। ਸੋ ਇਹ ਮੇਰੀ ਨਿਮਾਣੀ ਜਿਹੀ ਕੋਸ਼ਿਸ਼ ਹੈ। ਮੈਂ ਵੈਸੇ ਆਪਣੇ ਆਪ ਨੂੰ ਲੇਖਕ ਹੋਣ ਦਾ ਦਾਅਵਾ ਨਹੀਂ ਕਰਦਾ, ਮੈਂ ਕਲਮ ਕਰਮੀ ਹਾਂ ਤੇ ਕਲਮ ਦੀ ਕਮਾ ਰਿਹਾ ਹੈਗਾ ਥੋੜਾ ਬਹੁਤਾ ਜਿੰਨਾ ਕਿ ਮੈਂ ਯੋਗਦਾਨ। ਵੈਸੇ ਮੈਂ ਸਰੋਤਿਆਂ ਨਾਲ ਇਹ ਗੱਲ ਸਾਂਝੀ ਕਰਾਂ, ਆਪਣੇ ਦਰਸ਼ਕਾਂ ਨਾਲ, ਕਿ ਭੰਡਾਲ ਸਾਹਿਬ ਭਾਵੇਂ ਇਸ ਗੱਲ ਨੂੰ ਤਸਦੀਕ ਨਹੀਂ ਕਰਦੇ ਵੀ ਮੈਂ ਲੇਖਕ ਨਹੀਂ, ਪਰ ਇਹ ਸਾਡੇ ਭਾਸ਼ਾ ਵਿਭਾਗ ਪੰਜਾਬ ਜਿਹੜੀ ਇੱਕ ਗਵਰਨਮੈਂਟ ਦੀ ਬਾਡੀ ਹੈ ਬਹੁਤ ਵੱਡੀ, ਉਹਨਾਂ ਦੇ ਸ਼੍ਰੋਮਣੀ ਸਾਹਿਤਕਾਰ ਨੇ ਔਰ ਇਹਨਾਂ ਨੇ ਜਿਹੜੀਆਂ ਕਿਤਾਬਾਂ ਰਚੀਆਂ ਉਹਨਾਂ ਦੇ ਕਦਰਦਾਨ ਤੇ ਬਹੁਤ ਨੇ, ਉਹਨਾਂ ਦੇ ਆਮ ਪਾਠਕ ਵੀ ਨੇ ਜਦੋਂ ਅਖਬਾਰਾਂ ਦੇ ਵਿੱਚ ਲੇਖ ਛਪਦੇ ਨੇ। ਔਰ ਹੌਕੇ ਦੀ ਜੂਨ ਜਦੋਂ ਕਿਤਾਬ ਇਹਨਾਂ ਦੀ ਆਉਂਦੀ ਆ ਤੇ ਉਹ ਗੀਤ ਸੰਗ੍ਰਹਿ ਸੀ, ਉਹਦੇ ਵਿੱਚ ਬਹੁਤ ਸਾਰੇ ਗੀਤ ਸੀਗੇ। ਔਰ ਉਸ ਤੋਂ ਫਿਰ ਮੈਂ ਥੋੜਾ ਜਿਹਾ ਹੋਰ ਸਵਾਲ ਵਾਲੇ ਪਾਸੇ ਜਾਵਾਂ ਕਿ ਤੁਸੀਂ ਉਸ ਗੀਤਾਂ ਤੋਂ ਜਾਂ ਕਵਿਤਾ ਤਾਂ ਤੁਹਾਡੇ ਅੰਦਰ ਅੱਜ ਵੀ ਬੋਲਦੀ ਆ। ਕਵਿਤਾ ਦਾ ਸਿਰਫ ਇੱਕ ਗਹਿਰਾਈ ਜਿਹੜੀ ਤਾਂ ਗੰਭੀਰਤਾ ਜਿਹੜੀ ਹੋਰ ਤਰ੍ਹਾਂ ਦੀ ਹੋਈ ਜਾਂਦੀ ਆ, ਪਰ ਉਹਦੇ ਨਾਲ ਨਾਲ ਤੁਸੀਂ ਵਾਰਤਕ ਵਾਲੇ ਪਾਸੇ ਆਏ ਔਰ ਵਾਰਤਕ ਦੇ ਵਿੱਚ ਆਪਣੀ ਕਿਸਮ ਦਾ ਇੱਕ ਮਿਆਰ ਸਥਾਪਿਤ ਕੀਤਾ। ਇਹ ਵਾਰਤਕ ਵੱਲ ਮੁੜਨ ਦਾ ਕੋਈ ਸਬੱਬ ਬਣਿਆ ਸੀ ਜਾਂ ਤੁਸੀਂ ਆਪਣੀ ਗੱਲ ਜਿਹੜੀ ਉਹ ਕਵਿਤਾ 'ਚ ਨਹੀਂ ਕਹਿ ਪਾਏ ਤੇ ਤੁਸੀਂ ਵਾਰਤਕ 'ਚ ਕਹਿਣ ਦੀ ਕੋਸ਼ਿਸ਼ ਕੀਤੀ? ਦਰਅਸਲ ਨਾ ਤੁਸੀਂ ਮੇਰੀ ਵਾਰਤਕ ਵੀ ਨੋਟ ਕਰੋਗੇ, ਵਾਰਤਕ ਵੀ ਕਾਵਕ ਹੈ। ਦਰਅਸਲ ਮੇਰਾ ਇਹ ਹੁੰਦਾ, ਮੈਂ ਕੋਈ ਗੱਲ ਜੇ ਮੈਂ ਕਹਿਣੀ ਚਾਹੁੰਦਾ ਹੈਗਾ ਤੇ ਉਹ ਮੈਨੂੰ ਲੱਗਦਾ ਕਿ ਜਿਹੜੀ ਕਵਿਤਾ ਦੇ ਵਿੱਚ ਸ਼ਾਇਦ ਅਧੂਰੀ ਰਹਿ ਜਾਂਦੀ। ਫਿਰ ਮੈਂ ਉਹ ਕਰਦੇ ਮਤਲਬ ਉਹ ਇੱਕ ਉਹਨੇ ਵਾਰਤਕ ਦਾ ਰੂਪ ਧਾਰ ਕਰ ਲਿਆ। ਔਰ ਇਹ ਮੇਰੀ ਜਿਹੜੀ ਕਵਿਤਾ ਬਾਕੀ ਵਾਰਤਕ ਹੈ, ਉਹਦੇ ਵਿੱਚ ਵੀ ਕਈ ਵਾਰ ਮੈਂ ਵਾਰਤਕ ਲਿਖਦਾ ਵੀ ਇੱਕ ਪੂਰੀ ਦੀ ਪੂਰੀ ਕਵਿਤਾ ਹੀ ਸਿਰਜ ਰਿਹਾ ਹਾਂ। ਔਰ ਸਦੋਰ ਜੀ, ਮੈਂ ਆਪਣੇ ਦਰਸ਼ਕਾਂ ਨਾਲ, ਆਪਣੇ ਪਾਠਕਾਂ ਨਾਲ ਇੱਕ ਗੱਲ ਮੈਂ ਸਾਂਝੀ ਕਰਦਾ ਕਿ ਦੋ ਗੱਲਾਂ ਹੁੰਦੀਆਂ ਨੇ, ਇੱਕ ਹੁੰਦੀ ਕਰਾਫਟਿੰਗ, ਇੱਕ ਹੁੰਦੀ ਕ੍ਰੀਏਟੀਵਿਟੀ। ਮੇਰੇ ਵਿੱਚ ਕਰਾਫਟਿੰਗ ਸ਼ਾਇਦ ਘੱਟ ਹੋਵੇ, ਪਰ ਮੈਂ ਕ੍ਰੀਏਟੀਵਿਟੀ ਹੈ। ਔਰ ਮੈਂ ਜਦੋਂ ਵੀ ਲਿਖਦਾ, ਮੈਂ ਲਿਖਣ ਵਾਸਤੇ ਕਦੇ ਨਹੀਂ ਲਿਖਦਾ। ਮੈਂ ਸਿਰਫ ਜਦੋਂ ਮੇਰੇ ਮਨ ਦੇ ਵਿੱਚ ਕੋਈ ਸਬਕੌਂਸ਼ੀਅਸ ਮਾਈਂਡ ਗੱਲ ਚੱਲ ਰਹੀ, ਜਦੋਂ ਉਹ ਓਵਰਫਲੋ ਕਰਦੀ ਹੈ, ਆਤਮ ਸੰਤੁਸ਼ਟੀ ਕਰ, ਜਦੋਂ ਉਹ ਇੱਕ ਆਵੇਸ਼ ਦਾ ਆਲਮ ਆ ਜਾਂਦਾ, ਤੇ ਫਿਰ ਮੈਂ ਸਿਰਫ ਲੈਪਟਾਪ ਖੋਲ੍ਹਦਾ ਔਰ ਮੇਰਾ ਹਰ ਆਰਟੀਕਲ 1.5 ਤੋਂ 2 ਘੰਟੇ ਦੇ ਵਿੱਚ ਲੈਪਟਾਪ ਤੇ ਸਿੱਧਾ ਹੀ ਲਿਖਿਆ ਜਾਂਦਾ। ਮੈਂ ਇੱਕ ਜਸਟ ਫਲੋ ਚੱਲ ਰਿਹਾ ਹੈਗਾ ਔਰ ਉਸ ਤੋਂ ਬਾਅਦ ਮੈਂ ਉਹਨੂੰ ਸਿਰਫ ਸਪੈਲਿੰਗ ਠੀਕ ਕਰਦਾ ਐਂਡ ਇਟਸ ਡਨ ਮਤਲਬ। ਸੋ ਇਹ ਮੈਨੂੰ ਕਈ ਬੰਦੇ ਨੂੰ ਕਿ ਯਾਰ ਤੂੰ ਇੰਨਾ ਕਿਸ ਤਰ੍ਹਾਂ ਲਿਖਦਾ, ਮੈਂ ਉਹਨਾਂ ਨੂੰ ਇਹ ਕਹਿਣਾ ਕਿ ਹੋ ਸਕਦਾ ਕਿ ਮੈਂ 2 ਮਹੀਨੇ ਕੁਛ ਨਾ ਲਿਖਾਂ, ਹੋ ਸਕਦਾ ਮੈਂ ਇੱਕ ਹਫ਼ਤੇ 4 ਆਰਟੀਕਲ ਲਿਖਦਾ, ਕਿਉਂਕਿ ਇਹ ਗੱਲ ਹੁੰਦੀ ਤੁਹਾਡੇ ਮਨ 'ਚ ਕੋਈ ਕਿਸ ਤਰ੍ਹਾਂ ਦੀ ਕਿਸ ਐਂਗਲ ਤੋਂ। ਔਰ ਮੈਂ ਇਹ ਨਹੀਂ ਕਿ ਮੈਂ ਜਿਹੜਾ ਉਹਨਾਂ ਟੌਪਿਕਸ ਬਾਰੇ ਮੇਰੀ ਕੋਸ਼ਿਸ਼ ਹੁੰਦੀ ਲਿਖਾਂ ਜਿਨ੍ਹਾਂ ਬਾਰੇ ਅੱਜ ਤੱਕ ਗੱਲ ਨਹੀਂ ਹੋਈ ਜਾਂ ਜਿਹੜੀ ਸਮਥਿੰਗ ਸਾਡੇ ਸੋਚ ਤੋਂ ਥੋੜੇ ਪਰੇ ਨੇ, ਉਹਨਾਂ ਦੇ ਵੱਖਰੇ ਪੱਖ ਨੇ। ਮੇਰੀ ਹੁਣ ਨਵੀਂ ਕਿਤਾਬ ਆਈ ਹੈ ਦੀਵਿਆਂ ਦੀ ਡਾਰ, ਉਹਦੇ ਵਿੱਚ ਜਿਹੜੇ ਮਨੁੱਖੀ ਗੁਣ ਹੈ ਉਹਨਾਂ ਦੀ ਮੈਂ ਗੱਲ ਕੀਤੀ ਹੈ ਕਿ ਮਨੁੱਖ ਕਿਸ ਤਰ੍ਹਾਂ ਦੇ ਗੁਣ ਹੁੰਦੇ ਨੇ, ਉਹ ਕਿਉਂ ਹੁੰਦੇ ਨੇ, ਉਹਨਾਂ ਨਾਲ ਮਨੁੱਖੀ ਸ਼ਖਸੀਅਤ ਦਾ ਵਿਕਾਸ ਕਿਸ ਤਰ੍ਹਾਂ ਹੁੰਦਾ ਹੈ। ਸੋ ਇਸ ਤਰ੍ਹਾਂ ਦਾ ਮੇਰਾ ਹੈਗਾ ਜੀ। ਨਾਲ ਮੈਂ ਕਵਿਤਾ ਵੀ ਲਿਖਦਾ ਹਾਂ, ਮੈਂ ਵਾਰਤਕ ਵੀ ਲਿਖਦਾ ਤੇ ਮੇਰੀ ਜਿਹੜੀ ਕਵਿਤਾ ਦੀ ਇੱਕ ਲੰਬੀ ਨਜ਼ਮ ਹੈ ਜ਼ਿੰਦਗੀ।
111 ਪੇਜ ਦੀ ਹੈ, ਉਹ ਜ਼ਿੰਦਗੀ ਨੂੰ ਮੈਂ ਡਿਫਾਈਨ ਕੀਤਾ ਹੈਗਾ ਕਿ ਜ਼ਿੰਦਗੀ ਦੇ ਕਿਹੜੇ ਕਿਹੜੇ ਸਰੋਕਾਰ ਹੁੰਦੇ ਤੇ ਜ਼ਿੰਦਗੀ ਨੂੰ ਅਸੀਂ ਕਿਸ ਤਰ੍ਹਾਂ ਡਿਫਾਈਨ ਕਰ ਸਕਦੇ ਹਾਂ। ਸੋ ਇਹ ਇੱਕ ਕਈ ਵਾਰੀ ਅਸਲ 'ਚ ਆਲੋਚਕਾਂ ਦੀ ਨਜ਼ਰ ਤੇ ਕਈ ਵਾਰੀ ਨਾ ਭੰਡਾਲ ਸਾਹਿਬ ਗੱਲ ਵੀ ਕਰਦੇ ਹੁੰਦੇ ਵੀ ਭੰਡਾਲ ਸਾਹਿਬ ਦੀ ਜਿਹੜੀ ਵਾਰਤਕ ਹੈ ਨਾ ਵੀ ਉਹ ਕਵਿਤਾ ਵਰਗੀ ਆ, ਪਰ ਅਸਲ ਦੇ ਵਿੱਚ ਉਹ ਇੱਕ ਵਹਿਣ ਆ ਜਿਹਦੇ ਵਿੱਚ ਕਈ ਵਾਰੀ ਜਿਹੜਾ ਕਵੀ ਮਨ ਆ ਉਹ ਵਹਿ ਜਾਂਦਾ, ਉਹ ਵਾਰਤਕ ਲਿਖੀ ਜਾਂਦੀ ਆ। ਸੋ ਇਸ ਕਰਕੇ ਇਹ ਵੀ ਆਪਾਂ ਇਹਨੂੰ ਕੋਈ ਬਹੁਤ ਵੱਡਾ ਦੋਸ਼ ਨਹੀਂ ਮੰਨ ਸਕਦੇ। ਇਹ ਇੱਕ ਆਪਣਾ ਆਵੇਸ਼ ਆ, ਜਿੱਦਾਂ ਦਾ ਸਾਡਾ ਮਨ ਹੁੰਦਾ ਵਾ, ਸਾਡਾ ਅਸਲ 'ਚ ਕਵੀ ਮਨ ਵਾ, ਕਵੀ ਮਨ ਜਿਹੜਾ ਉਸ ਆਵੇਸ਼ ਦੇ ਵਿੱਚ ਵਹਿ ਜਾਂਦਾ। ਸੋ ਇਹ ਜਿਹੜਾ ਪ੍ਰਵਾਸ ਦਾ ਅਨੁਭਵ ਆ ਉਹਦੇ ਬਾਰੇ ਸੰਖੇਪ ਦੀ ਗੱਲ ਕਰਨ ਤੋਂ ਬਾਅਦ ਤੇ ਆਪਾਂ ਥੋੜਾ ਜਿਹਾ ਉੱਥੇ ਵੀ ਕੋਈ ਸਹਿਜ ਸਭਾਵਾਂ ਹੈਗੀਆਂ ਇਦਾਂ ਦੀਆਂ ਜਾਂ ਕੋਈ ਮੀਡੀਆ ਹੈ ਜਿਨ੍ਹਾਂ ਦੇ ਨਾਲ ਤੁਸੀਂ ਅਮਰੀਕਾ 'ਚ ਰਹਿੰਦੇ ਹੋਏ ਜੁੜੇ ਹੋਏ ਹੋ, ਕਿਉਂਕਿ ਪੰਜਾਬ ਨਾਲ ਤੇ ਜੁੜੇ ਹੀ ਹੋ ਅਕਸਰ ਤੁਹਾਡੀ ਇੱਧਰ ਗੱਲਬਾਤ ਹੁੰਦੀ ਰਹੀ। ਔਰ ਮੈਂ ਆਪਣੇ ਦਰਸ਼ਕਾਂ ਸਰੋਤਿਆਂ ਨਾਲ ਗੱਲ ਕਰਾਂ ਇੱਕ ਸਾਂਝੀ ਕਿ ਇਹ ਸਿਰਜਣਾ ਕੇਂਦਰ ਕਪੂਰਥਲਾ ਜਿਹੜੀ ਸਾਡੀ ਅੰਤਰਰਾਸ਼ਟਰੀ ਪੱਧਰ ਦੀ ਸਭਾ ਹੈ ਉਹਦੇ ਬਹੁਤ ਵਾਰੀ ਪ੍ਰਧਾਨਗੀ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਭੰਡਾਲ ਸਾਹਿਬ ਨਿਭਾ ਚੁੱਕੇ ਨੇ, ਔਰ ਅੱਜ ਵੀ ਉਸ ਧਰਤੀ ਨਾਲ ਜੁੜੇ ਹੋਏ ਨੇ। ਪਟਿਆਲੇ ਜਿਹੜੀ ਦੀਵਿਆਂ ਦੀ ਡਾਰ ਕਿਤਾਬ ਆ ਹਾਲੇ ਪਰਸੋਂ ਰਿਲੀਜ਼ ਹੋਈ ਹੈ ਇਹਨਾਂ ਦੀ ਕਿਤਾਬ ਜਿਹੜੀ ਆ, ਔਰ ਇਹ ਖੁਸ਼ੀ ਮਹਿਸੂਸ ਕਰਦੇ ਨੇ ਕਿ ਮੈਂ ਜਿਹੜੀ ਵੀ ਸਾਹਿਤ ਰਚਨਾ ਕਰਾਂ ਉਹਨੂੰ ਕਮ ਸੇ ਕਮ ਪੰਜਾਬ ਦੇ ਵਿੱਚ ਆਣ ਕੇ ਉਹਨੂੰ ਰਿਲੀਜ਼ ਕੀਤਾ ਜਾਵੇ। ਔਰ ਜਿਹੜੀ ਜਿੱਥੋਂ ਉਹ ਜਿਹੜੀ ਲੋਹ ਪ੍ਰਾਪਤ ਕੀਤੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਔਰ ਭੰਡਾਲ ਬੇਟ, ਔਰ ਉਹ ਭੰਡਾਲ ਬੇਟ ਦੇ ਬਾਰੇ 'ਚ ਵੀ ਇੱਕ ਇਤਿਹਾਸਕ ਪੁਸਤਕ ਇਹਨਾਂ ਨੇ ਰਚੀ ਸੀਗੀ, ਔਰ ਕਾਫੀ ਆਪਣੀ ਧਰਤੀ ਵਾਸਤੇ ਕੰਮ ਕਰ ਰਹੇ ਨੇ। ਸੋ ਉੱਥੇ ਦੀਆਂ ਸਹਿ ਸਭਾਵਾਂ ਵਾਲੇ ਦੱਸਣ ਤੋਂ ਬਾਅਦ ਔਰ ਭੰਡਾਲ ਸਾਹਿਬ ਨਾਲ ਹੀ ਇੱਕ ਆਪਣੀ ਵਧੀਆ ਜੀ ਨਜ਼ਮ ਜਿਹੜੀ ਆ ਉਹ ਸਾਡੇ ਨਾਲ ਸਾਂਝੀ ਕਰਿਓ। ਦੇਖੋ ਮੈਂ ਪਹਿਲਾਂ ਬਰੈਂਪਟਨ ਦੇ ਵਿੱਚ ਕੈਨੇਡਾ ਬਰੈਂਪਟਨ ਦੇ ਵਿੱਚ ਸੀਗਾ, ਉੱਥੇ ਸਹਿਤ ਸਭਾਵਾਂ ਬਹੁਤ ਸੀ, ਉੱਥੇ ਕਾਫੀ ਲਿਟਰੇਰੀ ਵਰਕ ਵੀ ਹੋ ਰਿਹਾ ਹੈ। ਅੱਜ ਕੱਲ੍ਹ ਸੋ ਕਾਲਡ ਇੰਟਰਨੈਸ਼ਨਲ ਪੰਜਾਬੀ ਕਾਨਫਰੰਸਾਂ ਵੀ ਜਿਹੜੀਆਂ ਹੋ ਰਹੀਆਂ ਜੀ, ਆਈ ਨੋ ਇਟ ਵੀ ਸਾਰਾ ਜੋ ਵੀ ਹੈ ਉੱਥੇ ਲਿਟਰੇਰੀ ਮਾਹੌਲ ਸੀ। ਐਂਡ ਸੈਕੰਡਲੀ ਮੈਂ ਉੱਥੇ ਮੀਡੀਆ ਨਾਲ ਜੁੜਿਆ ਹੋਇਆ ਸੀ, ਕਿਉਂਕਿ ਮੈਂ ਪੰਜਾਬੀ ਪੋਸਟ ਅਖਬਾਰ ਦੇ ਡੇਲੀ ਨਿਊਜ਼ਪੇਪਰ ਸੀ ਉਹਦਾ ਮੈਂ ਐਡੀਟਰ ਸੀਗਾ। ਆਈ ਵਾਸ ਮੀਡੀਆ ਨਾਲ ਬੜਾ ਚਿੱਤਰ ਜੁੜਿਆ ਹੋਇਆ ਸੀਗਾ। ਪਰ ਜਦੋਂ ਮੈਂ 2014 ਵਿੱਚ ਅਮਰੀਕਾ ਮੂਵ ਕੀਤਾ ਤੇ ਮੇਰੇ ਸ਼ਹਿਰ ਦੇ ਵਿੱਚ ਕੋਈ ਲਿਟਰੇਰੀ ਪਾਰਟੀ ਹੈ ਨਹੀਂ, ਕੋਈ ਲਿਟਰੇਰੀ ਬੰਦਾ ਹੈ ਨਹੀਂ। ਸੋ ਮੈਨੂੰ ਜਦੋਂ ਵੀ ਲਿਟਰੇਰੀ ਭੁੱਖ ਹੁੰਦੀ ਆ ਜਾਂ ਮੇਰਾ ਮਨ ਕਰਦਾ ਕਿ ਯਾਰ ਥੋੜਾ ਬਹੁਤਾ ਸਾਹਿਤਕ ਬੰਦਿਆਂ ਨਾਲ ਮਿਲਿਆ ਗਿਆ ਜਾਵੇ ਤਾਂ ਮੈਂ ਕਲੀਵਲੈਂਡ ਤੋਂ ਟੋਰਾਂਟੋ ਆ ਜਾਂਦਾ, ਕਿਉਂਕਿ ਬਾਈ ਕਾਰ 5 ਘੰਟੇ ਲੱਗਦੇ ਨੇ। ਫਿਰ ਉੱਥੋਂ ਮੈਂ 2-3 ਦਿਨ ਇੱਥੇ ਸੱਜਣਾ ਮਿੱਤਰ ਨਾਲ ਮਿਲ ਕੇ ਤੇ ਰੀਫਰੈਸ਼ ਹੋ ਕੇ ਮੈਂ ਵਾਪਸ ਚਲ ਜਾਣਾ। ਵੈਸੇ ਅਮਰੀਕਾ ਦੇ ਵਿੱਚ ਨਿਊਯਾਰਕ ਜਾਂ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਹਿਤਕ ਜਥੇਬੰਦੀਆਂ ਹੈਗੀਆਂ ਨੇ, ਕੰਮ ਕਰਦੀਆਂ ਨੇ, ਬਹੁਤ ਵੱਡੇ ਵਧੀਆ ਲੇਖਕ ਨੇ ਜਿਹੜੇ ਉੱਥੇ ਹੈਗੇ ਨੇ। ਤੇ ਬਟ ਮੇਰੇ ਸ਼ਹਿਰ ਦੇ ਵਿੱਚ ਮੇਰੇ ਉਹ ਸਟੇਟ ਦੇ ਵਿੱਚ ਵੀ ਈਵਨ ਕੋਈ ਲਿਟਰੇਰੀ ਜਿਹੜੀ ਉਹ ਬਾਡੀ ਹੈ ਨਹੀਂ ਜਿੱਥੇ ਮੈਂ ਆਪਣਾ ਕੋਈ ਲਿਟਰੇਰੀ ਕੰਮ ਜਿਹੜਾ ਕਰ ਸਕਾਂ। ਉਦੋਂ ਤੇ ਠੀਕ ਹੈ, ਬਾਕੀ ਵਧੀਆ ਹੈਗਾ, ਮੈਨੂੰ ਤੇ ਚੰਗਾ ਲੱਗਦਾ ਹੈਗਾ। ਬਾਕੀ ਪ੍ਰਵਾਸ ਦੀਆਂ ਆਪਣੀਆਂ ਪ੍ਰੋਬਲਮ ਇੱਥੇ ਦੀਆਂ ਆਪਣੀਆਂ ਪ੍ਰੋਬਲਮ ਹੁੰਦੀਆਂ ਨੇ, ਕਿਉਂਕਿ ਪ੍ਰਵਾਸ ਸਾਨੂੰ ਅਸੀਂ ਬਾਹਰੋਂ ਸ਼ਾਇਦ ਸਾਨੂੰ ਕਿਸੇ ਹੋਰ ਐਂਗਲ ਨਾਲ ਦੇਖਦੇ ਹਾਂ, ਪਰ ਜਦੋਂ ਤੁਸੀਂ ਸਮੁੱਚ ਵਿੱਚ ਪ੍ਰਵਾਸ ਨੂੰ ਬਣਾਉਂਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਵੱਖਰੇ ਕਿਸਮ ਦਾ ਜਿਹੜਾ ਅਹਿਸਾਸ ਹੁੰਦਾ ਹੈ। ਪਿੱਛੇ ਜਿਵੇਂ ਇੱਕ ਆਰਟੀਕਲ ਲਿਖਿਆ ਸੀ, ਘਰ ਤੋਂ ਘਰ ਤੇ ਫਿਰ ਕਾਰਤਿਕ ਦਾ ਸਫ਼ਰ। ਬਾਕੀ ਘਰ ਤੋਂ ਮੀਨਸ ਕੇ ਮੈਂ ਪਿੰਡ ਤੋਂ ਉੱਠ ਕੇ ਪ੍ਰਵਾਸ ਮੇਰਾ ਸੀ ਕਿ ਪਿੰਡ ਤੋਂ ਮੈਂ ਸ਼ਹਿਰ ਆ, ਫਿਰ ਸ਼ਹਿਰ ਤੋਂ ਫਿਰ ਮੈਂ ਚਲ ਗਿਆ ਕੈਨੇਡਾ। ਉੱਥੇ ਘਰ ਬਣਿਆ, ਉੱਥੇ ਪਹਿਲੇ ਬੇਸਮੈਂਟ ਵਿੱਚ ਰਹਿਣਾ, ਫਿਰ ਤੁਸੀਂ ਘਰ ਬਣਾਉਣਾ, ਉੱਥੋਂ ਫਿਰ ਘਰ ਛੱਡ ਕੇ ਫਿਰ ਅਸੀਂ ਅਮਰੀਕਾ। ਸੋ ਇਹ ਜਿਹੜੀਆਂ ਮੁਸ਼ਕਲਾਂ ਨੇ, ਤੁਸੀਂ ਉੱਥੇ ਸਥਾਪਿਤ ਹੋਣਾ, ਔਰ ਤੁਸੀਂ ਬਿਲਕੁਲ ਹੀ ਇੱਥੋਂ ਜਦੋਂ ਜਾਂਦੇ ਹੋ ਤੇ ਤੁਸੀਂ 2 ਟੈਸਟ ਹੀ ਲੈ ਕੇ ਜਾਂਦੇ ਹੋ, ਔਰ ਉੱਥੇ ਤੁਸੀਂ ਆਪਣੇ ਆਪ ਨੂੰ ਸਥਾਪਿਤ ਕਰਨਾ, ਆਪਣਾ ਘਰ ਬਣਾਉਣਾ, ਮੁੱਢਲੀਆਂ ਸਹੂਲਤਾਂ ਪੈਦਾ ਕਰਨੀਆਂ, ਫਿਰ ਆਪਣੇ ਰੁਜ਼ਗਾਰ ਦਾ ਇੰਤਜ਼ਾਮ ਕਰਨਾ। ਔਰ ਉਹਦੇ ਵਿੱਚ ਕਈ ਪ੍ਰੋਬਲਮ ਆਉਂਦੀਆਂ, ਬਟ ਇਫ ਯੂ ਡਿਸਾਈਡ ਕਿ ਆਈ ਕੈਨ ਟੂ ਡੂ ਇਟ ਯੂ ਕੈਨ ਡੂ ਇਟ। ਉਹਦੇ ਵਿੱਚ ਕੋਈ ਬੜੀ ਪ੍ਰੋਬਲਮ ਨਹੀਂ ਹੁੰਦੀ, ਤੁਸੀਂ ਕਰ ਸਕਦੇ ਹੋ ਹਰ ਚੀਜ਼ ਸੰਭਵ ਹੈ, ਕਿਉਂਕਿ ਉੱਥੇ ਆਪਸ਼ਨ ਬਹੁਤ ਜ਼ਿਆਦਾ ਨੇ। ਸਿਰਫ ਇਹ ਹੈ ਕਿ ਤੁਹਾਡਾ ਇੱਕ ਸਿਦਕ ਤੇ ਸਹਿਜ ਤੇ ਤੁਹਾਨੂੰ ਇੱਕ ਸਮਰਪਤਾ ਜਿਹੜੀ ਹੋਣੀ ਚਾਹੀਦੀ ਹੈ। ਇਟ ਇਜ਼ ਅ ਕਮਿਟਮੈਂਟ ਵਿਦ ਯੋਰਸੈਲਫ। ਬੜੀ ਪ੍ਰੇਰਨਾ ਸਰੋਤ ਵਾਲੀ ਇਹ ਗੱਲ ਹੈ ਜੀ, ਸਿਦਕ, ਸਿਰੜ, ਸਬਰ, ਇਹ ਸਾਰਾ ਕੁਝ ਹੀ। ਔਰ ਜਿਹੜਾ ਸਮਰਪਣ ਆ ਉਹ ਤੁਸੀਂ ਕਿਸੇ ਕਿੱਤੇ ਦੇ ਵਿੱਚ ਜਾਂ ਕਿਸੇ ਵੀ ਖੇਤਰ ਵਿੱਚ ਜਿਹੜੀ ਤੁਹਾਡੀ ਸਫਲਤਾ ਵਾ ਉਹਦਾ ਇਹ ਇੱਕ ਜਿਹੜਾ ਬੇਸਿਕ ਜਿਹੜੀ ਬਣ ਜਾਂਦੀ ਆ। ਸੋ ਭੰਡਾਲ ਸਾਹਿਬ ਇੱਕ ਬਹੁਤ ਹੀ ਕੋਈ ਚੰਗੀ ਤੁਹਾਡੇ ਮਨ ਨੂੰ ਛੂਹਦੀ ਹੋਈ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੋਏ ਉਹ ਨਜ਼ਮ ਸਾਡੇ ਦਰਸ਼ਕਾਂ ਦੇ ਸਰੋਤਿਆਂ ਨਾਲ ਸਾਂਝੀ ਕਰੋ। ਫਿਰ
ਦੋਸਤੋ ਇੱਕ ਮੈਂ ਛੋਟੀ ਜਿਹੀ ਨਜ਼ਮ ਹੈ, ਕਿਉਂਕਿ ਮੈਨੂੰ ਨਜ਼ਮਾਂ ਬਹੁਤ ਨੇ। ਮੈਂ ਇੱਕ ਨਜ਼ਮ ਜਿਹੜੀ ਹੈ ਨਾ, ਮੈਂ ਬੜੀ ਮੈਨੂੰ ਟੁੰਬਦੀ ਹੈਗੀ ਆ ਕਿ ਮਾਂ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਪਿੰਡ ਆਇਆ ਹਾਂ। ਮਾਂ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਪਿੰਡ ਆਇਆ ਹਾਂ। ਘਰ ਦਾ ਖੁੱਲਾ ਹੋਏ ਬੂਹੇ ਵਿੱਚ ਮਾਂ ਦੀ ਗੈਰ ਮੌਜੂਦਗੀ ਖਟਕਦੀ ਹੈ ਤੇ ਕੰਧ ਤੇ ਲਟਕਦੀ ਉਦਾਸ ਜੀ ਤਸਵੀਰ ਮੈਨੂੰ ਜੀਆ ਕਹਿੰਦੀ ਹੈ। ਘਰ ਦੇ ਸਾਰੇ ਜੀ ਕਿਤੇ ਗਏ ਹੋਏ ਨੇ ਤੇ ਮੈਂ ਆਪਣੀ ਮਾਂ ਨਾਲ ਮੂਕ ਗੁਫ਼ਤਗੂ ਵਿੱਚ ਗਵਾਚ ਜਾਂਦਾ ਤੇ ਮੇਰੀ ਗੁਫ਼ਤਗੂ ਨੂੰ ਤੋੜਦੀ ਹੈ ਬਾਪ ਦੇ ਪੈਰਾਂ ਦੀ ਪਹਿਚਾਣ। ਬਾਪ ਬੂਹਾ ਖੋਲ ਕੇ ਅੰਦਰ ਆਉਂਦਾ ਹੈ ਤੇ ਮੈਨੂੰ ਦੇਖ ਕੇ ਕਹਿੰਦਾ ਹੈ, ਮੈਂ ਅੱਜ ਨਵੇਂ ਖੂਹ ਤੇ ਗਿਆ ਸੀ, ਇੱਕ ਅੰਬ ਪੱਕਿਆ ਸੀ ਤੇ ਮੈਨੂੰ ਪਤਾ ਹੈ ਕਿ ਤੈਨੂੰ ਅੰਬ ਬੜੇ ਚੰਗੇ ਲੱਗਦੇ ਨੇ। ਤੇ ਉਹ ਆਪਣੇ ਬੋਝੇ ਵਿੱਚੋਂ ਅੰਬ ਮੇਰੇ ਹੱਥ ਤੇ ਰੱਖਦਾ ਹੈ ਤੇ ਮੈਂ ਅੰਬ ਫੜਦਿਆਂ ਸੋਚਦਾ ਹਾਂ ਕਿ ਮਾਂ ਦੀ ਮੌਤ ਤੋਂ ਬਾਅਦ ਬਾਪ ਮਾਂ ਵੀ ਬਣ ਗਿਆ ਹੈ। ਮੈਂ ਅੰਬ ਫੜਦਿਆਂ ਸੋਚਦਾ ਹਾਂ ਕਿ ਮਾਂ ਦੀ ਮੌਤ ਤੋਂ ਬਾਅਦ ਬਾਪ ਮਾਂ ਵੀ ਬਣ ਗਿਆ ਹੈ। ਬਾਪ ਮਾਂ ਵੀ ਬਣ ਗਿਆ ਹੈ। ਸੋ ਦੋਸਤੋ, ਇਹ ਸੂਖਮ ਜੀਆਂ ਨਜ਼ਮਾਂ ਮੇਰੇ ਮਨ ਦੇ ਵਿੱਚ ਕਈ ਵਾਰ ਆਉਂਦੀਆਂ ਨੇ। ਅਸਲ ਦੇ ਵਿੱਚ ਬਣਾ ਸਾਹਿਬ ਸਾਨੂੰ ਬੜਾ ਮਹਿਸੂਸ ਹੁੰਦਾ ਕਿ ਇਹ ਅਸਲ 'ਚ ਇਹੀ ਭਾਵ ਹੈ, ਇਹੀ ਕਵਿਤਾ ਲਿਖਵਾਉਂਦੀ ਆ। ਔਰ ਜੇ ਮਾਂ ਬਾਪ ਤੇ ਉੱਥੋਂ ਤੁਰ ਕੇ ਵੀ ਅਸੀਂ ਇਹੋ ਜਿਹੇ ਜਿਹਨੂੰ ਆਪਾਂ ਆਮ ਤੌਰ ਤੇ ਨਾ ਮਸ਼ੀਨੀ ਸ਼ਹਿਰ ਕਹਿ ਦਿੰਦੇ ਆ ਜਾਂ ਮਸ਼ੀਨੀ ਪੂੰਜੀਵਾਦ ਦੇ ਵਿੱਚ ਆਪਾਂ ਫਸ ਕੇ ਜਾ ਕੇ, ਮੈਨੂੰ ਲੱਗਦਾ ਨਹੀਂ ਭੰਡਾਲ ਸਾਹਿਬ ਉਸ ਪੂੰਜੀਵਾਦ ਦੇ ਵਿੱਚ ਖਚਤ ਹੋਏ ਹੋਣਗੇ। ਅਸਲ 'ਚ ਪ੍ਰੋਬਲਮ ਸ਼ੁਰੂ ਹੁੰਦੀ ਖਚਤ ਹੋਣ ਤੋਂ, ਤੁਸੀਂ ਖਚਤ ਨਹੀਂ ਹੋਏ। ਸੋ ਮੈਂ ਚਾਹੁੰਦਾ ਵੀ ਬਾਪ ਵਾਲੀ ਕਵਿਤਾ ਵੀ ਜਿਹੜੀ ਆ ਉਹ ਆਪ ਜੀ ਸਾਂਝੀ ਕਰੋ, ਕਿਉਂਕਿ ਸਾਡੇ ਕੋਲ 2 ਮਿੰਟ ਹਲੇ ਹੋਰ ਹੈਗੇ ਨੇ। ਤੁਸੀਂ ਬਾਪ ਵਾਲੀ ਕਵਿਤਾ ਵੀ ਸਾਂਝੀ। ਹਾਂਜੀ ਹਾਂਜੀ। ਕਿ ਪਿੰਡ ਰਹਿੰਦਾ ਮੇਰਾ ਬਾਪ ਕਦੇ ਕਦੇ ਮੈਨੂੰ ਮਿਲਣ ਸ਼ਹਿਰ ਆਉਂਦਾ ਹੈ। ਪਿੰਡ ਰਹਿੰਦਾ ਮੇਰਾ ਬਾਪ ਕਦੇ ਕਦੇ ਮੈਨੂੰ ਮਿਲਣ ਸ਼ਹਿਰ ਆਉਂਦਾ ਹੈ। ਬੂਹਾ ਖੋਲ ਕੇ ਅੰਦਰ ਲੰਘ ਆਉਣ ਵਾਲਾ ਮੇਰਾ ਬਾਪ ਬੈਲ ਮਾਰ ਕੇ ਉਡੀਕ ਕਰਦਾ ਹੈ ਕਿ ਹਾਊਸ ਨੰਬਰ ਬਣੇ ਘਰ ਦਾ ਗੇਟ ਕਦੋਂ ਖੁੱਲੇ। ਤੇ ਗੇਟ ਖੁੱਲਣ ਤੇ ਵੀ ਅੰਦਰ ਲੰਘ ਆਉਣ ਤੋਂ ਝਿਜਕਦਾ ਹੈ। ਘਰ 'ਚ ਰੱਖੇ ਜਰਮਨ ਸ਼ੈਫਰਡ ਤੋਂ ਵਾਹ। ਤੇ ਅੰਦਰ ਲੰਘ ਕੇ ਮੰਜੇ ਤੇ ਫੈਲਣ ਵਾਲਾ ਮੇਰਾ ਬਾਪ ਸੋਫੇ ਵਿੱਚ ਸੁੰਗੜ ਜਾਂਦਾ ਹੈ। ਸੋਫੇ ਵਿੱਚ ਸੁੰਗੜ ਜਾਂਦਾ ਹੈ ਤੇ ਗੜਵੀ ਚਾਹ ਦੀ ਪੀਣ ਵਾਲੇ ਬਾਪ ਨੂੰ ਕੱਪ ਚਾਹ ਦਾ ਤੇ 2 ਬਿਸਕੁਟ ਮੇਰਾ ਮਖੌਲ ਦੱਸਦੇ ਨੇ। ਮੇਰੇ ਬੱਚਿਆਂ ਨੂੰ ਅੱਖਰਦਾ ਹੈ ਬਾਪ ਦਾ ਖੁਰਦਰੇ ਹੱਥਾਂ ਨਾਲ ਪਲੋਸਣਾ। ਉਹ ਦਾਦੇ ਦੀਆਂ ਗੱਲਾਂ ਦਾ ਹੁੰਗਾਰਾ ਭਰਨ ਦੀ ਬਜਾਏ ਟੀਵੀ ਤੇ ਕੰਪਿਊਟਰ ਵਿੱਚ ਖੁੱਭ ਜਾਂਦੇ ਨੇ ਤੇ ਦਾਦੇ ਦੀਆਂ ਬਾਤਾਂ ਮਹਿਸੂਸ ਕੇ। ਮੇਰੇ ਰੁਝੇਵਿਆਂ ਨੇ ਖਾ ਲਿਆ ਹੈ ਬਾਪ ਦੀਆਂ ਨਸੀਹਤਾਂ ਦਾ ਹੁੰਗਾਰਾ। ਸੂਰਜ ਡੁੱਬਦੇ ਸਾਰ ਸੌਣ ਵਾਲੇ ਬਾਪ ਦੀ ਕੱਚੀ ਨੀਂਦ ਤਿੜਕ ਜਾਂਦੀ ਹੈ ਜਦ ਅਸੀਂ ਅੱਧੀ ਰਾਤ ਨੂੰ ਪਾਰਟੀ ਤੋਂ ਬਾਅਦ ਘਰ ਪਰਤਦੇ ਹਾਂ। ਸੂਰਜ ਡੁੱਬਦੇ ਸਾਰ ਸੌਣ ਵਾਲੇ ਬਾਪ ਦੀ ਕੱਚੀ ਨੀਂਦ ਤਿੜਕ ਜਾਂਦੀ ਹੈ ਜਦ ਅਸੀਂ ਅੱਧੀ ਰਾਤ ਨੂੰ ਪਾਰਟੀ ਤੋਂ ਬਾਅਦ ਘਰ ਪਰਤਦੇ ਹਾਂ। ਮੇਰਾ ਬਾਪ ਅੰਮ੍ਰਿਤ ਵੇਲੇ ਉੱਠ
ਨੌਕਰ ਹੱਥੋਂ ਚਾਹ ਦਾ ਕੱਪ ਪੀ ਸਾਡੇ ਜਾਗਣ ਤੋਂ ਪਹਿਲਾਂ ਪਿੰਡ ਨੂੰ ਵਾਪਸ ਪਰਤ ਜਾਂਦਾ ਹੈ। ਅਕਸਰ ਹੀ ਮੇਰਾ ਬਾਪ ਬਹੁਤ ਘੱਟ ਮੈਨੂੰ ਮਿਲ ਸ਼ਹਿਰ ਆਉਂਦਾ ਹੈ। ਕੀ ਬਾਤ ਹੈ, ਅਕਸਰ ਹੀ ਕੀ ਬਾਤ ਹੈ, ਕੀ ਬਾਤ ਹੈ। ਬਹੁਤ ਰਿਸ਼ਤਿਆਂ ਨੂੰ ਕਿੱਦਾਂ ਤੁਸੀਂ ਪਕੜ ਰਹੇ ਹੋ ਔਰ ਕਿੰਨੀ ਸੰਵੇਦਨਸ਼ੀਲਤਾ ਨਾਲ ਪਕੜ ਰਹੇ ਹੋ। ਔਰ ਇਹ ਭੰਡਾਲ ਸਾਹਿਬ ਇਹ ਸਾਰਿਆਂ ਦੇ ਹਿੱਸੇ ਨਹੀਂ ਆਉਂਦਾ। ਇਹ ਸਾਡਾ ਇੱਕ ਬੜਾ ਧੰਨ ਭਾਗ ਸੀ ਵੀ ਤੁਸੀਂ ਅਮਰੀਕਾ ਤੋਂ ਇਸ ਕਪੂਰਥਲੇ ਸ਼ਹਿਰ ਦੇ ਵਿੱਚ ਆਏ ਹੋ ਸੀ ਤੇ ਅਸੀਂ ਇਸ ਮੌਕੇ ਦਾ ਜਿਹੜਾ ਫਾਇਦਾ ਉਠਾਇਆ। ਅਸੀਂ ਮੌਕਾ ਜਾਣ ਨਹੀਂ ਸੀ ਦੇਣਾ ਚਾਹੁੰਦੇ ਵੀ ਕਿਤੇ ਭੰਡਾਲ ਸਾਹਿਬ ਸਾਡੇ ਹੱਥੋਂ ਚਲੇ ਨਾ ਜਾਣ। ਇਹ ਜਿਹੜੀਆਂ ਚੰਗੀਆਂ ਗੱਲਾਂ, ਇੰਨੀਆਂ ਸੋਹਣੀਆਂ ਗੱਲਾਂ, ਇੰਨੀਆਂ ਸਿੱਖਿਆਦਾਇਕ ਗੱਲਾਂ, ਇੰਨੀਆਂ ਪ੍ਰੇਰਨਾ ਸਰੋਤ ਗੱਲਾਂ ਔਰ ਆਪਣੇ ਸਫ਼ਰ ਦੀਆਂ ਗੱਲਾਂ ਔਰ ਸਾਡੇ ਸਾਰੇ ਹੀ ਦਰਸ਼ਕਾਂ ਵਾਸਤੇ, ਸਾਡੇ ਵਾਸਤੇ ਜਾਗਰੂਕਤਾ ਵਾਲੀਆਂ ਔਰ ਸਿਰੜ ਵਾਲੀਆਂ ਗੱਲਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ। ਭੰਡਾਲ ਸਾਹਿਬ ਸਾਡੇ ਔਨ ਸਕਾਈ ਪਰਿਵਾਰ ਵੱਲੋਂ ਆਪ ਜੀ ਦਾ ਬਹੁਤ ਸ਼ੁਕਰੀਆ। ਤੁਸੀਂ ਸਾਡੇ ਸਟੂਡੀਓ 'ਚ ਆਏ ਹੋ, ਇਦਾਂ ਹੀ ਆਉਂਦੇ ਰਹੋ। ਜਦੋਂ ਅਮਰੀਕਾ ਤੋਂ ਗੇੜਾ ਮਾਰਿਆ ਤੇ ਸਾਡੇ ਸਟੂਡੀਓ 'ਚ ਆਇਓ ਤੇ ਅਸੀਂ ਹਮੇਸ਼ਾ ਹੀ ਇਸ ਆਮਦ ਨੂੰ ਜਿਹੜਾ ਉਹ ਯਾਦ ਕਰਦੇ ਰਹਾਂਗੇ। ਬਹੁਤ ਸ਼ੁਕਰੀਆ ਤੁਹਾਡਾ ਜੀ, ਬਹੁਤ ਧੰਨਵਾਦ। ਔਨ ਸਕਾਈ ਟੀਵੀ ਦੇ ਸਮੁੱਚੇ ਪਰਿਵਾਰ ਨੂੰ, ਪ੍ਰੋਫੈਸਰ ਔਜਲਾ ਸਾਹਿਬ ਨੂੰ, ਵਿੱਕੀ ਜੀ ਨੂੰ ਔਰ ਸਮੁੱਚੇ ਜਿਹੜੇ ਮੈਨੇਜਮੈਂਟ ਹੈ ਔਰ ਦਰਸ਼ਕਾਂ ਦਾ ਤੇ ਸਰੋਤਿਆਂ ਦਾ ਬਹੁਤ ਧੰਨਵਾਦ। ਕਪੂਰਥਲਾ ਮੇਰੀ ਕਰਮ ਭੂਮੀ ਹੈ, ਮੇਰੀ ਗਿਆਨ ਭੂਮੀ ਵੀ ਹੈ ਔਰ ਕਪੂਰਥਲਾ ਮੇਰਾ ਨੇ ਮੈਨੂੰ ਗਿਆਨ ਵੀ ਬਖਸ਼ਿਆ ਹੈ, ਮੈਨੂੰ ਰੋਜ਼ਗਾਰ ਵੀ ਬਖਸ਼ਿਆ ਹੈ ਔਰ ਮੈਨੂੰ ਪਛਾਣ ਵੀ ਬਖਸ਼ੀ ਹੈ ਤੇ ਕਪੂਰਥਲਾ ਮੇਰੀਆਂ ਸਾਹਾਂ ਵਿੱਚ ਰਚਿਆ ਹੈ। ਤੁਹਾਡਾ ਬਹੁਤ ਧੰਨਵਾਦ। ਇਸ ਤਰ੍ਹਾਂ ਹੀ ਆਪਾਂ ਮਿਲਦੇ ਰਹੀਏ, ਨਿੱਕੀਆਂ ਗੱਲਾਂ ਵਿੱਚੋਂ ਜ਼ਿੰਦਗੀ ਦੇ ਨਵੇਂ ਅਰਥ ਤਲਾਸ਼ਦੇ ਰਹੀਏ। ਜ਼ਿੰਦਗੀ ਸਾਨੂੰ ਖੁਸ਼ ਆਮਦੀਦ ਕਹਿੰਦੀ ਰਹੇ ਤੇ ਜ਼ਿੰਦਗੀ ਨੂੰ ਅਸੀਂ ਹੋਰ ਖੂਬਸੂਰਤ, ਖੂਬਸੀਰਤ ਤੇ ਜਿਉਣ ਜੋਗੀ ਕਰਦੇ ਰਹੀਏ। ਇਹ ਮੇਰੀ ਦੁਆ ਹੈ। ਬਹੁਤ ਸ਼ੁਕਰੀਆ।